आज़ादी का घोल रड़िया जा रहा सी। हाँ जी। ਊਂ ਤਾਂ ਬਹੁਤ ਸਾਰੇ ਜਿਹੜੇ ਉਦੋਂ ਦੇ ਸਿਆਣੇ ਬੰਦੇ ਸੀ ਉਹਨਾਂ ਨੇ ਕਹਿਤਾ ਸੀ ਇਹ ਗੱਲ। ਭਗਤ ਸਿੰਘ ਦਾ ਨਾਂ ਲਿਆ ਜਾ ਸਕਦਾ। ਉਹਨੇ ਦੱਸਤਾ ਸੀ ਵੀ ਅੰਗਰੇਜ਼ਾਂ ਦੇ ਜਾਣ ਨਾਲ ਕੋਈ ਬਾਹਲਾ ਫਰਕ ਨਹੀਂ ਪੈਂਦਾ, ਠੀਕ ਹੈ ਜੀ। ਜਿੰਨਾ ਚਿਰ ਇਹਦੇ ਕਾਲੇ ਅੰਗਰੇਜ਼ ਆ ਜਿਹੜੇ ਅੰਗਰੇਜ਼ਾਂ ਦੇ ਇੱਥੇ ਪਿੱਠੂ ਆ, ਉਹਨਾਂ ਦੇ ਹਮਾਇਤੀ ਹੈ, ਉਹਨਾਂ ਦੇ ਰਾਜ ਦੀਆਂ ਪਾਲਿਸੀਆਂ ਨੇ ਉੱਥੇ ਲਾਗੂ ਕਰਦੇ ਆ, ਵੀ ਉਹਨਾਂ ਨੂੰ ਨਹੀਂ ਕੱਢਦੇ ਤਾਂ ਕੋਈ ਫਰਕ ਨਹੀਂ ਪੈਣਾ। ਕਿਉਂਕਿ ਇਹ ਜਿਹੜੀਆਂ ਰਾਜ ਕਰਦਾ ਸ਼੍ਰੇਣੀਆਂ ਇਹਨਾਂ ਨੂੰ ਸਾਰਾ ਜਿਹੜਾ ਪੈਸਾ ਹੈ ਇਹ ਵੱਡੇ ਵੱਡੇ ਕਾਰਪੋਰੇਟ ਅਦਾਰੇ ਦਿੰਦੇ ਆ। ਔਰ ਸੋ ਇਸ ਕਰਕੇ ਜਦੋਂ ਕੋਈ ਸਾਰੀ ਪੋਲੀਟੀਕਲ ਇਕੋਨਮੀ ਦੇ ਉੱਤੇ ਵੱਡੇ ਵੱਡੇ ਲੋਕਾਂ ਦਾ ਜਦੋਂ ਕਬਜ਼ਾ ਹੋਵੇ, ਹਾਂਜੀ, ਤੇ ਫਿਰ ਅਸੀਂ ਇਹ ਉਮੀਦ ਨਹੀਂ ਰੱਖ ਸਕਦੇ ਵੀ ਉਹਦੀਆਂ ਜਿਹੜੀਆਂ ਪਾਲਿਸੀਆਂ ਹੈਗੀਆਂ ਉਹ ਲੋਕਾਂ ਦੇ ਹਿੱਤ ਦੀਆਂ ਬਣਨਗੀਆਂ। ਠੀਕ ਹੈ ਜੀ। ਕਾਂਗਰਸ ਫਿਰ ਵੀ ਜਿਹੜਾ ਧਰਮ ਨਿਰਪੱਖਤਾ ਦਾ ਮਕੌਟਾ ਪਾ ਕੇ ਚੱਲਦੀ ਰਹੀ ਹੈ। ਠੀਕ ਹੈ ਜੀ। ਇਹਨਾਂ ਦਾ ਤਾਂ ਐਲਾਨੀਆ ਹੈਗਾ ਹਾਂਜੀ ਵੀ ਅਸੀਂ ਦੇਸ਼ ਦੇ ਵਿੱਚ ਰਾਸ਼ਟਰਵਾਦ ਲੈ ਕੇ ਆਉਣਾ ਹੈ, ਇਹ ਹਿੰਦੂ ਰਾਸ਼ਟਰ ਬਣਾਉਣਾ ਹੈ। ਔਰ ਹਿੰਦੁਸਤਾਨ ਦੇ ਵਿੱਚ ਜਿਹੜੇ ਇਹ ਅੰਬਾਨੀ ਅਡਾਨੀ ਜਿਹੜਾ ਇਹ ਸਾਰਾ ਗਰੁੱਪ ਹੈ, ਹਾਂਜੀ, ਹਿੰਦੁਸਤਾਨ ਦੇ ਟੋਟਲ ਸਰਮਾਏ ਦੇ ਉੱਤੇ ਹਾਂਜੀ, ਇਹ ਕਬਜ਼ਾ ਕਰਨ ਵਾਲੇ ਪਾਸੇ ਨੂੰ ਮਤਲਬ ਜਾ ਰਿਹਾ ਹੈ। ਕਿਉਂਕਿ ਇਹ ਗੱਲਾਂ ਚੋਣਾਂ ਤੋਂ ਪਹਿਲਾਂ ਸਾਰੀਆਂ ਬੈਕਫੁੱਟ ਤੇ ਤੈਅ ਹੋ ਜਾਂਦੀਆਂ। ਬਹੁਤ ਵੱਡਾ ਸਰਮਾਇਆ ਇਹਨਾਂ ਚੋਣਾਂ ਦੇ ਉੱਤੇ ਲੱਗਦਾ ਤੇ ਇਹ ਜਿਹੜੇ ਵੱਡੇ ਸਰਮਾਏਦਾਰ ਹੈ ਇਹ ਇਹਨਾਂ ਪਾਰਟੀਆਂ ਨੂੰ ਫੰਡਿੰਗ ਕਰਦੇ ਆ। ਉਹ ਫੰਡਿੰਗ ਕਰਨ ਕਰਕੇ ਖੜੇ ਹੀ ਉਹਨਾਂ ਦੇ ਸਿਰ ਤੇ ਹੁੰਦੇ ਆ। ਇਹ ਇਸ ਕਰਕੇ ਉਹਨਾਂ ਦੀ ਮਜਬੂਰੀ ਹੁੰਦੀ ਹੈ, ਜੇ ਉਹਨਾਂ ਦੇ ਮਗਰ ਨਹੀਂ ਚੱਲਦੇ ਤੇ ਅਗਲੇ ਵਾਰੀ ਨੂੰ ਉਹ ਜਿਹੜਾ ਹੈਗਾ ਸਾਰਾ ਆਧਾਰ ਉਹਨਾਂ ਦਾ ਖਿਸਕ ਸਕਦਾ ਹੈ। 2014 ਤੋਂ ਲੈ ਕੇ ਜਦੋਂ ਤੋਂ ਮੋਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ, 2014 ਤੋਂ ਲੈ ਕੇ 2019 ਤੱਕ, 2019 ਤੋਂ ਹੁਣ ਤੱਕ ਜਦੋਂ ਤੋਂ ਮੋਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ, ਉਦੋਂ ਤੋਂ ਪੂਰੇ ਦੇਸ਼ ਦੇ ਵਿੱਚ ਸਮੇਂ-ਸਮੇਂ 'ਤੇ ਹਾਹਾਕਾਰ ਮੱਚੀ ਹੋਈ ਹੈ। ਦੇਸ਼ ਦੀ ਹਾਲਾਤ ਹੋਰ ਪਾਸੇ ਵੱਲ ਜਾ ਰਹੇ ਹੈ। ਦੇਸ਼ ਦੇ ਵਿੱਚ ਅੱਜ ਕਿਸਾਨ, ਨੌਜਵਾਨ, ਮਜ਼ਦੂਰ ਸੜਕਾਂ ਦੇ ਉੱਪਰ ਉਤਰੇ ਹੋਏ ਆ, ਧਰਨੇ ਪ੍ਰਦਰਸ਼ਨ ਚੱਲ ਰਹੇ ਆ। ਦੇਸ਼ ਇੱਕ ਅਲੱਗ ਦਿਸ਼ਾ ਵੱਲ ਜਾ ਰਿਹਾ ਹੈ। ਇਸ ਸਭ 'ਤੇ ਚਰਚਾ ਕਰਨ ਲਈ ਦੇਸ਼ ਦੇ ਅੱਗੇ ਜਿਹੜੇ ਹਾਲਾਤ ਉਹ ਕਿਸ ਤਰ੍ਹਾਂ ਦੇ ਆਉਣਗੇ, ਕਿਸਾਨਾਂ ਦੇ ਅੰਦੋਲਨ ਦਾ ਅੱਗੇ ਕੀ ਬਣੇਗਾ, ਕਰੋਨਾ ਕਾਲ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨਾਂ ਦੇ ਕੀ ਸਿੱਟੇ ਅਤੇ ਅੱਗੇ ਜਾ ਕੇ ਕੀ ਹੋਰ ਪ੍ਰਭਾਵ ਪੈਣੇ ਆ, ਇਹਨਾਂ ਸਾਰਿਆਂ 'ਤੇ ਵਿਚਾਰ ਚਰਚਾ ਕਰਨ ਲਈ ਅੱਜ ਅਸੀਂ ਪੁੱਜੇ ਹਾਂ ਪਿੰਡ ਮਹਿਮਾ ਸਰਜਾ ਕਾਮਰੇਡ ਭੂਰਾ ਸਿੰਘ ਕੋਲੇ। ਕਾਮਰੇਡ ਭੂਰਾ ਸਿੰਘ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ, ਸਟੇਟ ਆਗੂ ਨੇ। ਸੋ ਉਹਨਾਂ ਦੇ ਨਾਲ ਅਸੀਂ ਇਸ ਮੁੱਦੇ 'ਤੇ ਵਿਚਾਰ ਚਰਚਾ ਕਰਾਂਗੇ। ਸਵਾਗਤ ਹੈ ਕਾਮਰੇਡ ਜੀ ਤੁਹਾਡਾ ਲੋਕਵਾਈ TV 'ਤੇ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡਾ ਤੁਸੀਂ ਲੋਕਵਾਜ ਚੈਨਲ ਵੱਲੋਂ ਇੱਥੇ ਆਏ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਪਹਿਲਾ ਸਵਾਲ ਮੇਰਾ ਜੀ, ਅਸੀਂ ਦੇਖਿਆ ਕਿ ਮਾਰਚ ਦੇ ਵਿੱਚ ਕਰੋਨਾ ਆ ਗਿਆ ਸੀ ਸਾਡੇ। ਕਰੋਨਾ ਦੇ ਕਰਕੇ ਲਾਕਡਾਊਨ ਲੱਗ ਗਿਆ ਸੀ। 22 ਮਾਰਚ ਤੋਂ ਪੂਰੇ ਦੇਸ਼ ਦੇ ਵਿੱਚ ਲਾਕਡਾਊਨ ਲੱਗ ਗਿਆ ਸੀ। ਲਾਕਡਾਊਨ ਦੇ ਚੱਲਦਿਆਂ ਪੰਜਾਬ ਵਿੱਚ ਕਰਫਿਊ ਲੱਗਿਆ, ਲੋਕਾਂ ਦਾ ਬਾਹਰ ਨਿਕਲਣਾ ਘਰਾਂ 'ਚੋਂ ਬੰਦ ਹੋ ਗਿਆ, ਕਾਰੋਬਾਰ ਠੱਪ ਹੋ ਗਏ, ਪੂਰੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਦੇ ਵਿੱਚ ਵਾਧਾ ਹੋਇਆ। ਜਿਹੜੇ ਮਜ਼ਦੂਰ ਸੀ, ਪ੍ਰਵਾਸੀ ਮਜ਼ਦੂਰ ਸੀ, ਉਹ ਆਪਣੇ ਘਰਾਂ ਨੂੰ ਜਾਂਦੇ ਉਹਨਾਂ ਦੇ ਰਾਹ ਦੇ ਵਿੱਚ ਮੌਤਾਂ ਵੀ ਹੋਈਆਂ। ਉਹਨਾਂ ਦੀਆਂ ਜਿਹੜੀਆਂ ਔਰਤਾਂ ਸੀ, ਜੇ ਕੋਈ ਗਰਭਵਤੀ ਔਰਤ ਸੀ ਤਾਂ ਉਸਨੂੰ ਰਸਤੇ ਦੇ ਵਿੱਚ ਹੀ ਉਹਦੇ ਯਾਨੀ ਕਿ ਬੱਚੇ ਨੂੰ ਜਨਮ ਦਿੱਤਾ, ਅਤੇ ਇਸੇ ਤਰ੍ਹਾਂ ਦੀਆਂ ਹੋਰ ਸਮੱਸਿਆਵਾਂ। ਅੱਜ ਜੇ ਅਸੀਂ ਕਹੀਏ ਕਿ ਜਿਹੜਾ ਕਰੋਨਾ ਅੱਜ ਵੀ ਲਾਕਡਾਊਨ ਦੇ ਅਸਰ ਕਿਤੇ ਨਾ ਕਿਤੇ ਦਿਖਾਈ ਦਿੰਦੇ ਆ। ਲਾਕਡਾਊਨ ਬੇਸ਼ੱਕ ਪੂਰੇ ਦੇਸ਼ ਦੇ ਵਿੱਚੋਂ ਚੱਕ ਦਿੱਤਾ ਗਿਆ, ਪਰ ਕਿਤੇ ਨਾ ਕਿਤੇ ਕਿਸੇ ਸਟੇਟਾਂ ਦੇ ਵਿੱਚ ਹਜੇ ਵੀ ਉਹ ਲਾਗੂ ਹੈ ਅਤੇ ਉਹਦੇ ਅਸਰ ਹਜੇ ਤੱਕ ਵੀ ਲੋਕਾਂ 'ਤੇ ਦਿਖਾਈ ਦੇ ਰਹੇ ਆ। ਕੀ ਜਿਹੜਾ ਇਹ ਲਾਕਡਾਊਨ ਲਗਾਉਣਾ, ਕਰੋਨਾ, ਇਹ ਵਾਕਈ ਮਤਲਬ ਇੱਕ ਬਹੁਤ ਵੱਡੀ ਆਫਦਾ ਸੀ, ਜਾਂ ਕੋਈ ਸਰਕਾਰ ਨੇ ਇਸ ਬਹਾਨੇ ਕੋਈ ਆਪਣੇ ਕੰਮ ਕਰਨੇ ਸੀ ਅਤੇ ਲੋਕਾਂ ਨੂੰ ਮੁਸੀਬਤ ਵੱਲ ਧੱਕਣਾ ਸੀ? ਦੇਖੋ ਜੀ, ਅੱਜ ਜਦੋਂ ਆਪਾਂ ਇਹਨਾਂ ਗੱਲਾਂ 'ਤੇ ਵਿਚਾਰ ਕਰਦੇ ਹਾਂ ਤਾਂ ਤੁਹਾਨੂੰ ਇਹ ਧਿਆਨ 'ਚ ਰੱਖਣਾ ਚਾਹੀਦਾ ਹੈ ਵੀ ਕੋਈ ਇਕੱਲਾ ਦੇਸ਼ ਹਾਂਜੀ ਕਿਸੇ ਵਰਤਾਰੇ ਤੋਂ ਬਾਹਰ ਨਹੀਂ ਰਹਿ ਸਕਦਾ। ਠੀਕ ਹੈ ਜੀ। ਦੁਨੀਆ ਪੱਧਰ ਦੇ ਉੱਤੇ ਜਿਹੜੀ ਇਸ ਵੇਲੇ ਹਾਲਾਤ ਹੈ, ਹਾਂਜੀ, ਉਹ ਤਕਰੀਬਨ ਸਾਰੀ ਦੁਨੀਆ ਪਿੰਡ ਬਣ ਚੁੱਕੀ ਹੈ। ਠੀਕ ਹੈ ਜੀ। ਇਹ ਇਕੱਲੇ ਦੇਸ਼ ਬਾਰੇ ਨਿਰਣਾ ਕਰਨ ਨਾਲੋਂ ਮੈਨੂੰ ਇਹ ਲੱਗਦਾ ਵੀ ਜੇ ਨਿਰਣਾ ਇਹੋ ਜਿਹੇ ਮਸਲਿਆਂ ਦਾ ਕਰਨਾ ਤਾਂ ਉਹ ਇੰਟਰਨੈਸ਼ਨਲ ਪੱਧਰ 'ਤੇ ਹੀ ਹੁੰਦਾ ਹੈ। ਠੀਕ ਹੈ ਜੀ। ਸੋ ਖਾਸ ਤੌਰ 'ਤੇ ਜਿਹੜੇ ਤੀਜੀ ਦੁਨੀਆ ਦੇ ਮੁਲਕ ਹੈ ਜਿਹਦੇ ਵਿੱਚ ਹਿੰਦੁਸਤਾਨ ਆਉਂਦਾ ਹੈ, ਹਾਂਜੀ, ਇਹਨਾਂ ਦਾ ਆਪਣਾ ਕੁਝ ਹੈ ਹੀ ਨਹੀਂ। ਠੀਕ ਹੈ ਜੀ। ਇਹਨਾਂ ਦੀ ਆਰਥਿਕਤਾ, ਇਹਨਾਂ ਦੀ ਸਿਆਸਤ, ਇਹਨਾਂ ਦਾ ਸੱਭਿਆਚਾਰ ਜਿਹੜਾ ਹੈਗਾ, ਹਾਂਜੀ, ਉਹ ਦੁਨੀਆ ਦੇ ਉੱਤੇ ਜਿਹੜੇ ਵੱਡੇ ਸਰਮਾਏਦਾਰ ਮੁਲਕ ਹੈ ਉਹਨਾਂ ਦੇ ਮੁਤਾਬਕ ਹੀ ਨਿਰਧਾਰਿਤ ਹੁੰਦਾ ਹੈ ਅਤੇ ਉਹਨਾਂ ਦੇ ਮੁਤਾਬਕ ਹੀ ਚੱਲਦਾ ਹੈ। ਜਦੋਂ ਦੁਨੀਆ ਦੇ ਉੱਤੇ ਇਹ ਚਾਈਨਾ ਦੇ ਵਿੱਚੋਂ ਇਹ ਕਰੋਨਾ ਸ਼ੁਰੂ ਹੋਇਆ, ਹਾਂਜੀ, ਉਦੋਂ ਬਾਅਦ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ, ਹਾਂਜੀ, ਉਹਦੀਆਂ ਗਾਈਡਲਾਈਨਸ ਸ਼ੁਰੂ ਹੋਈਆਂ। ਠੀਕ ਹੈ ਜੀ। ਜੋ ਉਹ ਤੈਅ ਕਰਦੇ ਸੀ, ਹਾਂਜੀ, ਜਾਂ ਜੋ ਸਟ੍ਰੈਟਜੀ ਬਣਾਉਂਦੇ ਸੀ, ਹਾਂਜੀ, ਉਹ ਸਾਰੇ ਦੇਸ਼ਾਂ ਦੇ ਵਿੱਚ ਹੀ ਲਾਗੂ ਕਰ ਦਿੱਤੀ ਜਾਂਦੀ ਸੀ। ਸੋ
ਕਿਸੇ ਦੇਸ਼ ਦੀ ਹਾਲਾਤ ਮੁਤਾਬਕ, ਉੱਥੋਂ ਦੀ ਉਹਦੀ ਸਮਰੱਥਾ ਮੁਤਾਬਕ, ਹਾਂਜੀ ਜਾਂ ਉੱਥੋਂ ਦਾ ਜਿਹੜਾ ਸਿਹਤ ਪ੍ਰਬੰਧ ਹੈ ਉਹਦੇ ਮੁਤਾਬਕ ਕੋਈ ਤੈਅ ਕੀਤਾ ਗਿਆ ਹੋਵੇ। ਹਾਂਜੀ ਇਉਂ ਨਹੀਂ, ਇਹ ਜਿਵੇਂ ਉਹ ਦੇਸ਼ ਜਿਵੇਂ ਸੋਚਦੇ ਸੀ ਉਹਨਾਂ ਨੇ ਉਸੇ ਤਰ੍ਹਾਂ ਹੀ ਇੱਥੇ ਕਰਨਾ ਸ਼ੁਰੂ ਕਰਤਾ, ਬਿਨਾਂ ਸੋਚੇ ਵਿਚਾਰੇ ਤੋਂ, ਹਾਂਜੀ ਬਿਨਾਂ ਇੱਥੋਂ ਦੇ ਮਾਹਰਾਂ ਨਾਲ ਗੱਲਬਾਤ ਕੀਤੇ ਤੋਂ। ਹਾਂਜੀ ਸੋ ਜਿਸ ਕਿਸਮ ਦਾ ਇਹ ਮਸਲਾ ਹੈ ਦੁਨੀਆ ਪੱਧਰ ਦੇ ਉੱਤੇ, ਹਾਂਜੀ ਮਹਾਮਾਰੀਆਂ ਅੱਗੇ ਵੀ ਫੈਲਦੀਆਂ ਰਹੀਆਂ, ਫੈਲਦੀਆਂ ਨੇ। ਉਦੋਂ ਨਾ ਹੀ ਇਹੋ ਜਿਹਾ ਸਿਹਤ ਪ੍ਰਬੰਧ ਸੀ, ਹਾਂਜੀ ਤੇ ਉਹ ਮਹਾਮਾਰੀਆਂ ਆਪਦੇ ਦੇਸ਼ਾਂ ਦੇ ਵਿੱਚ ਅੱਡੋ ਅੱਡ ਢੰਗ ਨਾਲ ਕੰਟਰੋਲ ਵੀ ਹੋਈਆਂ, ਕਈਆਂ ਨੇ ਘੱਟ, ਕਈਆਂ ਨੇ ਵੱਧ ਨੁਕਸਾਨ ਕੀਤੇ ਹੈ। ਠੀਕ ਹੈ ਜੀ। ਸੋ ਬਿਨਾਂ ਸੋਚੇ ਸਮਝੇ ਜਿਹੜਾ ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਜਿਹੜੀਆਂ ਸਿਫਾਰਿਸ਼ਾਂ ਸੀ ਉਹਨਾਂ ਨੂੰ ਇੱਥੇ ਲਾਗੂ ਕਰਨਾ। ਹਾਂਜੀ ਔਰ ਫਿਰ ਮਤਲਬ ਇੱਕ ਅਚੰਭੇ ਦੀ ਗੱਲ ਇਹ ਹੈ ਵੀ ਵਰਲਡ ਹੈਲਥ ਆਰਗੇਨਾਈਜੇਸ਼ਨ ਹਾਂਜੀ ਦੀਆਂ ਵੀ ਜਿਹੜੀਆਂ ਸਿਫਾਰਿਸ਼ਾਂ ਸੀ ਉਹ ਲਗਾਤਾਰ ਬਦਲਦੀਆਂ ਰਹੀਆਂ। ਲਗਾਤਾਰ ਹੋ ਉਹਨਾਂ ਦਾ ਦੁਨੀਆ ਬਾਰੇ ਜਿਹੜਾ ਨਿਰਣਾ ਸੀ ਕਰੋਨਾ ਦੇ ਸੰਬੰਧ 'ਚ ਉਹ ਵੀ ਲਗਾਤਾਰ ਚੇਂਜ ਹੁੰਦਾ ਰਿਹਾ। ਠੀਕ ਹੈ ਜੀ। ਸੋ ਇਸ ਕਰਕੇ ਜਿਹੜਾ ਗਲੋਬਲਾਈਜੇਸ਼ਨ ਦਾ ਦੌਰ ਹੈ ਇਹਦੇ ਵਿੱਚੋਂ ਕਿਸੇ ਇਕੱਲੇ ਦੇਸ਼ ਨੂੰ ਅੱਡ ਕੱਢ ਕੇ, ਹਾਂਜੀ ਮਤਲਬ ਜੇ ਆਪਾਂ ਸੋਚੀਏ ਤਾਂ ਇਹ ਅਸੰਭਵ ਜਿਹਾ ਲੱਗਦਾ ਹੈ। ਤੇ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਜਦੋਂ ਤੋਂ ਮਤਲਬ 90 ਤੋਂ ਬਾਅਦ ਮਨਮੋਹਨ ਸਿੰਘ ਜਿਹੜੀਆਂ ਪਾਲਿਸੀਆਂ ਲੈ ਕੇ ਆਇਆ, ਹਾਂਜੀ ਸੋ ਇਹਨਾਂ ਦੇ ਧਿਆਨ 'ਚ ਰੱਖਦਿਆਂ ਹੋਇਆਂ ਹਾਂਜੀ ਸਰਕਾਰ ਨੇ ਤੱਥ ਭੜੱਥੇ ਜਿਹੜੇ ਫੈਸਲੇ ਲਏ ਹੈ, ਹਾਂਜੀ ਬੇਸ਼ੱਕ ਉਹ ਦਬਾਅ ਥੱਲੇ ਲਏ ਹੈ ਜਾਂ ਨਹੀਂ ਦਬਾਅ ਥੱਲੇ ਲਏ, ਠੀਕ ਹੈ ਜੀ। ਉਹ ਇੱਥੋਂ ਦੇ ਲੋਕਾਂ ਦੇ ਫਿੱਟ ਹੀ ਨਹੀਂ ਸੀ। ਠੀਕ ਹੈ। ਇਸ ਕਰਕੇ ਇਹਨੇ ਬਿਮਾਰੀ ਨੂੰ ਕੰਟਰੋਲ ਕਰਨ ਦੀ ਬਜਾਏ ਹਾਂਜੀ ਸਾਡੇ ਦੇਸ਼ ਦੀ ਆਰਥਿਕਤਾ ਦਾ ਤੇ ਇੱਥੋਂ ਦੇ ਪ੍ਰਬੰਧ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਇਹ ਜਿਹੜੀ ਮੌਜੂਦਾ ਸਰਕਾਰ ਹੈ ਇਹ ਸਾਫ਼ ਹੁੰਦਾ ਹੈ ਵੀ ਇਸ ਮਸਲੇ 'ਚ ਬੁਰੀ ਤਰ੍ਹਾਂ ਫੇਲ ਹੋਈ ਹੈ। ਹਾਂਜੀ ਜਦੋਂ ਇੱਥੇ ਲਾਕਡਾਊਨ ਲੱਗਿਆ ਸੀ ਉਦੋਂ ਤਾਂ ਗਿਣਤੀ ਦੇ ਕੇਸ ਸੀ, ਹਾਂਜੀ ਹੁਣ ਲੱਖਾਂ 'ਚ ਕੇਸ ਆ ਰਹੇ ਆ ਰੋਜ਼, ਤੇ ਜੇ ਉਸ ਤਰ੍ਹਾਂ ਹੀ ਚਲਾਉਣਾ ਹੋਵੇ ਤਾਂ ਇਹ ਰਾਜ ਚੱਲ ਹੀ ਨਹੀਂ ਸਕਦਾ। ਹਾਂਜੀ ਸੋ ਇਸ ਕਰਕੇ ਹੁਣ ਵੱਡੇ ਵੱਡੇ ਇਕੱਠ ਵੀ ਹੋ ਰਹੇ ਹੈ, ਬੱਸਾਂ ਵੀ ਚੱਲ ਰਹੀਆਂ, ਗੱਡੀਆਂ ਵੀ ਚੱਲ ਰਹੀਆਂ, ਸਾਰਾ ਕੁਝ ਹੋ ਰਿਹਾ ਹੈ। ਹਾਂਜੀ ਪਰ ਇਸ ਕਰੋਨਾ ਦੀ ਸਥਿਤੀ 'ਚ ਕੋਈ ਫਰਕ ਆ ਗਿਆ ਹੋਵੇ ਜਾਂ ਇਹਨਾਂ ਦੇ ਜਿਹੜੇ ਇਹਨਾਂ ਨੇ ਪ੍ਰੀਕਾਸ਼ਨਰੀ ਮੈਜਰਸ ਲਏ ਸੀ ਉਹਨਾਂ ਕਰਕੇ ਕੋਈ ਬਿਮਾਰੀ ਰੁਕ ਗਈ ਹੋਵੇ, ਹਾਂਜੀ ਇਹ ਨਜ਼ਰ 'ਚ ਨਹੀਂ ਆਉਂਦਾ। ਅਗਲਾ ਸਵਾਲ ਆ ਮੇਰਾ, ਜਿਹੜਾ ਕਰੋਨਾ ਦੇ ਦੌਰਾਨ ਹੀ ਮੋਦੀ ਸਰਕਾਰ ਵੱਲੋਂ ਇੱਕ ਆਰਡੀਨੈਂਸ ਲਿਆਂਦੇ ਗਏ 5 ਜੂਨ ਨੂੰ, ਖੇਤੀ ਦੇ ਸੰਬੰਧੀ ਆਰਡੀਨੈਂਸ ਲਿਆਂਦੇ ਗਏ। ਉਹ ਆਰਡੀਨੈਂਸ ਜਿਹੜੇ 3 ਕਾਨੂੰਨ ਹੁਣ ਉਹ ਕਾਨੂੰਨਾਂ ਦਾ ਰੂਪ ਧਾਰਨ ਕਰ ਗਏ ਆ। ਜਗ੍ਹਾ ਜਗ੍ਹਾ ਉਹਨਾਂ ਦੇ ਖਿਲਾਫ ਪੰਜਾਬ ਤੇ ਹਰਿਆਣਾ ਦੇ ਵਿੱਚ ਪ੍ਰਦਰਸ਼ਨ, ਵੱਡੇ ਪੱਧਰ ਤੇ ਪ੍ਰਦਰਸ਼ਨ ਹੋਇਆ। ਪੰਜਾਬ ਦੇ ਵਿੱਚ ਰੇਲ ਗੱਡੀ ਦੀਆਂ ਲਾਈਨਾਂ ਤੇ, ਟੋਲ ਪਲਾਜ਼ਿਆਂ ਤੇ, ਰਿਲਾਇੰਸ ਦੇ ਮੌਲਾਂ ਅੱਗੇ, ਹੋਰ ਜਗ੍ਹਾ ਕਾਰਪੋਰੇਟਾਂ ਦੇ ਘਰਾਂ ਅੱਗੇ ਵੀ ਪ੍ਰਦਰਸ਼ਨ ਹੋ ਰਹੇ ਆ। ਤੇ ਬੀਜੇਪੀ ਦੇ ਨੇਤਾ ਜਿਹੜੇ ਇਹ 3 ਕਾਨੂੰਨ ਲਿਆਂਦੇ ਗਏ ਆ, ਮੋਦੀ ਸਰਕਾਰ ਇਹ ਕਹਿ ਰਹੀ ਹੈ ਕਿ ਕਿਸਾਨਾਂ ਲਈ ਫਾਇਦੇਮੰਦ ਹੈ, ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ ਵਿਰੋਧੀ ਪਾਰਟੀਆਂ ਵੱਲੋਂ। ਕਿਸਾਨ ਕਹਿ ਰਹੇ ਆ ਕਿ ਇਹ ਕਾਨੂੰਨ ਆਉਣ ਤੋਂ ਬਾਅਦ ਜਿਹੜੀਆਂ ਸਾਡੀਆਂ ਜ਼ਮੀਨਾਂ ਉਹ ਸਾਡੇ ਤੋਂ ਖੋਹੀਆਂ ਜਾਣਗੀਆਂ। ਕੀ ਤੁਹਾਨੂੰ ਲੱਗਦਾ ਕਿ ਜਿਹੜੇ 3 ਬਿੱਲ ਹੈ ਇਹਨਾਂ ਦੇ ਆਉਣ ਵਾਲੇ ਸਮੇਂ 'ਚ ਕੀ ਸਿੱਟੇ ਨਿਕਲਣਗੇ? ਸਿੱਟੇ ਤਾਂ ਆਪਾਂ ਨੂੰ ਪਤਾ ਹੀ ਹੈ, ਕਿਉਂਕਿ ਸਿੱਟੇ ਆਪਾਂ ਜਦ ਤੈਅ ਕਰਾਂਗੇ ਤਾਂ ਇਹ ਹੋਊਗਾ ਵੀ ਜਿਹੜੀ ਇੱਥੋਂ ਦੀ ਰਾਜ ਕਰਦਾ ਸ਼੍ਰੇਣੀ ਹੈ ਹਾਂਜੀ ਉਹ ਕਿੰਨਾ ਲੋਕਾਂ ਦੀ ਹੈ। ਯਾਨੀ ਜਦੋਂ ਹਿੰਦੁਸਤਾਨ ਦੇ ਆਜ਼ਾਦੀ ਦਾ ਘੋਲ ਲੜਿਆ ਜਾ ਰਿਹਾ ਸੀ, ਹਾਂਜੀ ਉਹ ਤਾਂ ਬਹੁਤ ਸਾਰੇ ਜਿਹੜੇ ਉਦੋਂ ਦੇ ਸਿਆਣੇ ਬੰਦੇ ਸੀ ਉਹਨਾਂ ਨੇ ਕਹਿਤਾ ਸੀ ਇਹ ਗੱਲ। ਭਗਤ ਸਿੰਘ ਦਾ ਨਾਂ ਲਿਆ ਜਾ ਸਕਦਾ, ਉਹਨੇ ਦੱਸਤਾ ਸੀ ਵੀ ਅੰਗਰੇਜ਼ਾਂ ਦੇ ਜਾਣ ਨਾਲ ਕੋਈ ਬਾਹਲਾ ਫਰਕ ਨਹੀਂ ਪੈਂਦਾ, ਠੀਕ ਹੈ ਜੀ। ਜਿੰਨਾ ਚਿਰ ਇਹਦੇ ਕਾਲੇ ਅੰਗਰੇਜ਼ ਆ ਜਿਹੜੇ ਅੰਗਰੇਜ਼ਾਂ ਦੇ ਇੱਥੇ ਪਿੱਠੂ ਆ, ਉਹਨਾਂ ਦੇ ਹਮਾਇਤੀ ਹੈ, ਉਹਨਾਂ ਦੇ ਰਾਜ ਦੀਆਂ ਪਾਲਿਸੀਆਂ ਨੇ ਉੱਥੇ ਲਾਗੂ ਕਰਦੇ ਆ, ਵੀ ਉਹਨਾਂ ਨੂੰ ਨਹੀਂ ਕੱਢਦੇ ਤਾਂ ਕੋਈ ਫਰਕ ਨਹੀਂ ਪੈਣਾ। ਪਰ 1947 ਤੋਂ 30 ਸਾਲ ਤੱਕ ਜਿਹੜੇ ਆਜ਼ਾਦੀ ਦੀ ਲੜਾਈ ਲੜਨ ਵਾਲੇ ਆਮ ਲੋਕ ਸੀ, ਹਾਂਜੀ ਉਹ ਹੌਲੀ ਹੌਲੀ ਜਦੋਂ ਇਸ ਦੁਨੀਆ ਤੋਂ ਚਲੇ ਗਏ, ਹਾਂਜੀ ਉਦੋਂ ਬਾਅਦ ਮਤਲਬ ਤਕਰੀਬਨ ਸਾਰੇ ਸਿਆਸੀ ਸਿਸਟਮ ਦੇ ਉੱਤੇ ਵੱਡੇ ਲੋਕਾਂ ਦਾ ਕਬਜ਼ਾ ਹੋ ਗਿਆ। ਹੁਣ ਹਿੰਦੁਸਤਾਨ ਦੀ 550 ਰਿਆਸਤ ਸੀ, ਹਾਂਜੀ ਉੱਥੋਂ ਦਾ ਰਾਜਾ ਸੀ, ਹਾਂਜੀ ਉਹ 550 ਰਿਆਸਤ ਦੇ ਰਾਜੇ ਪਹਿਲਾਂ ਮੁਗਲਾਂ ਦੇ ਥੱਲੇ ਰਾਜ ਕਰਦੇ ਸੀ, ਬੇਸ਼ੱਕ ਉਹ ਕਿਸੇ ਵੀ ਧਰਮ ਦੇ ਸੀ। ਠੀਕ ਹੈ ਜੀ। ਉਹੋ ਹੀ 550 ਰਿਆਸਤ ਦਾ ਰਾਜਾ ਜਿਹੜਾ ਸੀ ਉਹ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਦੇ ਥੱਲੇ ਰਾਜ ਕਰਦਾ ਸੀ। ਹਾਂਜੀ ਤੇ ਅੱਜ ਵੀ ਆਪਾਂ ਜਦੋਂ ਦੇਖਦੇ ਆਂ ਤੇ ਵੀ ਉਹ 550 ਰਿਆਸਤ ਦਾ ਰਾਜਾ ਜਿਹੜਾ ਹੈਗਾ ਉਹ ਪਾਰਲੀਮੈਂਟ ਤੇ ਵਿਧਾਨ ਸਭਾ 'ਚ ਹੈ, ਵਿਧਾਨ ਸਭਾ 'ਚ। ਯਾਨੀ ਸਟੇਟ ਦਾ ਕਰੈਕਟਰ ਜਿਹੜਾ ਉਹ ਬਿਲਕੁਲ ਨਹੀਂ ਬਦਲਿਆ। ਹਾਂਜੀ ਔਰ ਹੋਇਆ ਇਹ ਬਈ ਇਹਦੇ ਨਾਲ ਜਿਹੜੇ ਹਿੰਦੁਸਤਾਨ ਦੇ ਇਸ ਪੋਲੀਟੀਕਲ ਢਾਂਚੇ ਦਾ ਫਾਇਦਾ ਉਠਾ ਕੇ ਹਾਂਜੀ ਜਿਹੜੇ ਵੱਡੇ ਵੱਡੇ ਸਰਮਾਏਦਾਰ ਸੀ, ਹਾਂਜੀ ਉਹਨਾਂ ਨੇ ਹਿੰਦੁਸਤਾਨ ਦੀ ਸਰਕਾਰ ਦੇ ਬਜਟ ਦੇ ਵਿੱਚੋਂ ਹੀ ਔਰ ਇੱਥੋਂ ਦੇ ਸਰਕਾਰੀ ਬੈਂਕਾਂ ਦੇ ਵਿੱਚੋਂ ਹੀ ਵੱਡੇ ਵੱਡੇ ਕਰਜ਼ੇ ਲੈ ਕੇ ਹਾਂਜੀ ਆਪਦੀ ਜਿਹੜੀ ਪੂੰਜੀ ਸੀ ਉਹ ਬਹੁਤ ਜ਼ਿਆਦਾ ਵਧਾ ਲਈ। ਉਦਾਹਰਨ। ਹੁਣ ਇੱਥੋਂ ਦੇ ਉਹ ਵੱਡੇ ਜ਼ਗੀਰਦਾਰ ਹਾਂਜੀ
ਔਰ ਵੱਡੇ ਸਰਮਾਏਦਾਰ ਹਾਂਜੀ ਜਿਹੜੇ ਹੁਣ ਤਕਰੀਬਨ ਪਾਰਲੀਮੈਂਟ ਦੀਆਂ ਸੀਟਾਂ ਨੂੰ ਵੀ ਖਰੀਦਣ ਦੇ ਸਮਰੱਥ ਹੈ, ਹਾਂਜੀ ਕਿਉਂਕਿ ਇਹ ਜਿਹੜੀਆਂ ਰਾਜ ਕਰਦਾ ਸ਼੍ਰੇਣੀਆਂ ਇਹਨਾਂ ਨੂੰ ਸਾਰਾ ਜਿਹੜਾ ਪੈਸਾ ਹੈ ਇਹ ਵੱਡੇ ਵੱਡੇ ਕਾਰਪੋਰੇਟ ਅਦਾਰੇ ਦਿੰਦੇ ਆ, ਔਰ ਜਾਂ ਜਿਨ੍ਹਾਂ ਕੋਲੇ ਪਹਿਲਾਂ ਹੀ ਬਹੁਤ ਵੱਡੇ ਵੱਡੇ ਸਰਮਾਏ ਜਮ੍ਹਾਂ ਕੀਤੇ ਹੋਏ ਆ ਰਾਜੇ ਰਜਵਾੜਿਆਂ ਦੇ, ਹਾਂਜੀ ਉਹਨਾਂ ਦਾ ਹੀ ਬੋਲਬਾਲਾ ਹੈ। ਕਿਉਂਕਿ ਇਸ ਸਿਸਟਮ ਦੇ ਵਿੱਚ ਕੋਈ ਸਧਾਰਨ ਬੰਦਾ, ਸਧਾਰਨ ਕੋਈ ਬੁੱਧੀਜੀਵੀ, ਹਾਂਜੀ ਸਧਾਰਨ ਕੋਈ ਚਿੰਤਕ, ਹਾਂਜੀ ਕੋਈ ਫਿਲਾਸਫਰ ਹਾਂਜੀ ਇਹਦੇ ਵਿੱਚ ਇਹ ਸਿਸਟਮ ਦੇ ਵਿੱਚ ਉਹ ਅੱਗੇ ਜਾ ਹੀ ਨਹੀਂ ਸਕਦਾ। ਜਾਇਨ ਸਾਹਿਬ ਸੋ ਇਸ ਕਰਕੇ ਜਦੋਂ ਕੋਈ ਸਾਰੀ ਪੋਲੀਟੀਕਲ ਇਕਨੋਮੀ ਦੇ ਉੱਤੇ ਵੱਡੇ ਵੱਡੇ ਲੋਕਾਂ ਦਾ ਜਦੋਂ ਕਬਜ਼ਾ ਹੋਵੇ ਹਾਂਜੀ ਤੇ ਫਿਰ ਅਸੀਂ ਇਹ ਉਮੀਦ ਨਹੀਂ ਰੱਖ ਸਕਦੇ ਵੀ ਉਹਦੀਆਂ ਜਿਹੜੀਆਂ ਪਾਲਿਸੀਆਂ ਹੈਗੀਆਂ ਉਹ ਲੋਕਾਂ ਦੇ ਹਿੱਤ ਦੀਆਂ ਬਣਨਗੀਆਂ। ਠੀਕ ਹੈ ਜੀ। ਇਦੋਂ ਨਾਲ ਹੀ ਖਾਸ ਤੌਰ ਤੇ 90 ਤੋਂ ਬਾਅਦ ਹਾਂਜੀ ਜਦੋਂ ਮਨਮੋਹਨ ਸਿੰਘ ਨੇ ਮਤਲਬ ਜਿਹੜੀਆਂ ਨਵੀਆਂ ਆਰਥਿਕ ਨੀਤੀਆਂ ਲਾਗੂ ਕੀਤੀਆਂ, ਹਾਂਜੀ ਇਹ ਜਦੋਂ ਨੀਤੀਆਂ ਲਾਗੂ ਹੋਈਆਂ ਤੇ ਇਹ ਸਾਰਾ ਸਿਸਟਮ ਉਦੋਂ ਹੀ ਬਦਲਣਾ ਸ਼ੁਰੂ ਹੋ ਗਿਆ ਸੀ, ਕੋਈ ਬੀਜੇਪੀ ਦੇ ਆਉਣ ਤੇ ਨਹੀਂ ਬਦਲਿਆ। ਠੀਕ ਹੈ ਜੀ। ਇਹਨਾਂ ਵੱਡੇ ਲੋਕਾਂ ਦਾ ਗ੍ਰਿਪ ਹੌਲੀ ਹੌਲੀ ਮਜ਼ਬੂਤ ਹੁੰਦਾ ਇਸ ਪੱਧਰ ਤੇ ਪਹੁੰਚਿਆ। ਠੀਕ ਹੈ ਜੀ। ਸੋ ਇਹਨਾਂ ਨੀਤੀਆਂ ਦੇ ਸੰਬੰਧ 'ਚ ਕੋਈ ਆਪਾਂ ਕਹੀਏ ਵੀ ਕਾਂਗਰਸ ਦੀ ਜਾਂ ਜਿਹੜੀਆਂ ਹੁਣ ਰਾਜ ਕਰਦਾ ਸ਼੍ਰੇਣੀਆਂ ਉਹਨਾਂ ਦੀ ਕੋਈ ਵੱਖਰੀ ਪਾਲਿਸੀ ਹੈ, ਹਾਂਜੀ ਇਹ ਤਾਂ ਹੈ ਨਹੀਂ। ਠੀਕ ਹੈ ਜੀ। ਜਦੋਂ ਤੋਂ ਦੁਨੀਆ ਪੱਧਰ ਦੇ ਉੱਤੇ ਰਸ਼ੀਅਨ ਜਿਹੜਾ ਬਲੌਕ ਹੈ ਹਾਂਜੀ ਉਹ ਬੈਕਫੁੱਟ ਤੇ ਗਿਆ ਹੈ, ਹਾਂਜੀ ਉਸ ਤੋਂ ਬਾਅਦ ਦੁਨੀਆ ਪੱਧਰ ਦੇ ਉੱਤੇ ਹੁਣ ਮਤਲਬ ਜਿਹੜੀ ਸਿਆਸਤ ਹੈ ਹਾਂਜੀ ਉਹ ਹੁਣ ਉਹਨਾਂ ਸਰਮਾਏਦਾਰ ਮੁਲਕਾਂ ਵੱਲੋਂ ਹੀ ਡਰਾਈਵ ਹੁੰਦੀ ਹੈ। ਸੋ ਇਹਦਾ ਨੀਜ ਉਦੋਂ ਵੀ ਪਿੱਛੇ ਜਾਈਏ ਹਾਂਜੀ ਤਾਂ ਡਾਕਟਰ ਆਰਥਰ ਡੰਕਲ ਜਿਹੜਾ ਸੀ ਦੂਜੀ ਵਰਲਡ ਵਾਰ ਤੋਂ ਬਾਅਦ, ਹਾਂਜੀ ਉਹਦੀ ਡਿਊਟੀ ਲੱਗੀ ਸੀ ਵੀ ਮਤਲਬ ਜਿਹੜੇ ਵੱਡੇ ਸਰਮਾਏਦਾਰ ਦੇਸ਼ ਸੀ ਆਪਸ ਵਿੱਚ ਲੜ ਕੇ ਦੂਜੀ ਵੱਡੀ ਜੰਗ 'ਚ ਤਬਾਹ ਹੋ ਗਏ ਸੀ, ਹਾਂਜੀ ਤੇ ਉਹਨਾਂ ਨੇ ਦੱਸਿਆ ਵੀ ਆਪਾਂ ਦੁਬਾਰੇ ਲੜਾਈ ਨਾ ਆਪਣੀ ਹੋਵੇ ਤੇ ਆਪਣਾ ਪੂੰਜੀ ਦੇ ਉੱਤੇ ਵੀ ਕੰਟਰੋਲ ਰਹੇ ਜੇ, ਕੋਈ ਇਹੋ ਜਿਹਾ ਸਿਸਟਮ ਬਣਾਓ। ਠੀਕ ਹੈ ਜੀ। ਸੋ ਡਾਕਟਰ ਆਰਥਰ ਡੰਕਲ ਦੀਆਂ ਸਿਫਾਰਿਸ਼ਾਂ ਮੁਤਾਬਕ ਵਰਲਡ ਬੈਂਕ ਬਣੀ, IMF ਬਣਿਆ, ਠੀਕ ਹੈ ਜੀ। ਔਰ ਉਹਨਾਂ ਦਾ ਟੋਟਲ ਪੂੰਜੀ ਨੂੰ ਕੰਟਰੋਲ ਕਰਨ ਲੱਗ ਗਏ ਉਹ। ਠੀਕ ਹੈ ਜੀ। ਤੇ ਉਦੋਂ ਬਾਅਦ ਗੈਟ ਸਮਝੌਤੇ ਵਾਲੀ ਗੱਲ ਜਦੋਂ ਹਿੰਦੁਸਤਾਨ ਨੇ ਉਹਤੇ ਤੇ ਦਸਤਖਤ ਕੀਤੇ ਆ, ਹਾਂਜੀ ਗੈਟ ਦਾ ਮਤਲਬ ਹੈ ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫ। ਠੀਕ ਹੈ ਜੀ। ਔਰ ਉਹਦੇ ਵਿੱਚ ਜਿਹੜੀਆਂ ਸ਼ਰਤਾਂ ਲਾਉਂਦੇ ਆ, ਹਾਂਜੀ ਉਹ ਸ਼ਰਤਾਂ ਜਦੋਂ ਆਪਣੇ ਦੇਸ਼ ਉੱਥੇ ਜਾ ਕੇ ਮੰਨ ਲੈਂਦੇ ਆ ਹਾਂਜੀ ਤੇ ਇਹਨਾਂ ਦੀ ਇੱਕ ਮਜਬੂਰੀ ਬਣ ਜਾਂਦੀ ਹੈ ਵੀ ਜਿਹੜਾ ਵਰਲਡ ਸੈਟਅਪ ਹੈ ਆਰਥਿਕਤਾ ਦਾ, ਹਾਂਜੀ ਉਹ ਤੋਂ ਇਹ ਬਾਹਰ ਜਾ ਹੀ ਨਹੀਂ ਸਕਦੇ। ਇਹ ਵੱਖਰੀ ਗੱਲ ਹੈ ਵੀ ਇੱਥੋਂ ਜਿਹੜੇ ਨੈਸ਼ਨਲ ਹਿੱਤ ਹੈ ਉਹਨਾਂ ਨੂੰ ਧਿਆਨ 'ਚ ਰੱਖਣ ਜਾਂ ਨਾ ਰੱਖਣ, ਇਹ ਉਹਨਾਂ ਦੀ ਮਰਜ਼ੀ ਹੈ। ਠੀਕ ਹੈ ਜੀ। ਆਮ ਲੋਕਾਂ ਦਾ ਜਿੱਥੋਂ ਤੱਕ ਸਵਾਲ ਹੈ, ਆਮ ਲੋਕ ਇਸ ਪੱਧਰ ਤੇ ਉੱਤੇ ਸੋਚਣ ਤੋਂ ਅਸਮਰਥ ਹੈ। ਠੀਕ ਹੈ ਜੀ। ਬਾਕੀ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹੈ ਹਾਂਜੀ ਉਹਨਾਂ ਸਾਰੀਆਂ ਦੇ ਵਿੱਚ ਇਹ ਵੱਡੇ ਵੱਡੇ ਰਾਜੇ ਰਜਵਾੜੇ ਔਰ ਪਿੰਡ ਪੱਧਰ ਦੇ ਜਾਂ ਇਲਾਕੇ ਪੱਧਰ ਦੇ ਜ਼ਗੀਰਦਾਰ ਹਾਂਜੀ ਜਾਂ ਜਿਹੜੇ ਸਰਮਾਏਦਾਰ ਹੈਗੇ ਆ ਉਹੀ ਭਰੇ ਪਏ ਆ, ਉਹ ਇਸ ਪਾਰਟੀ ਜਾ ਵੜਦੇ ਆ, ਕਦੇ ਉਸ ਪਾਰਟੀ ਜਾ ਵੜਦੇ ਆ। ਹਾਂਜੀ ਇਸ ਕਰਕੇ ਪ੍ਰਬੰਧ ਸੇਮ ਹੀ ਚੱਲ ਰਿਹਾ। ਠੀਕ ਹੈ ਜੀ। ਸੋ ਇਹ ਜਿਹੜੇ ਕਾਨੂੰਨ ਬੀਜੇਪੀ ਲੈ ਕੇ ਆਈ ਹੈ, ਹਾਂਜੀ ਇਹਨਾਂ ਦੀ ਆਧਾਰਸ਼ਿਲਾ ਤਾਂ ਮੁੱਢ ਤੋਂ ਰੱਖੀ ਜਾ ਚੁੱਕੀ ਹੈ ਠੀਕ ਹੈ ਜੀ। ਕਾਂਗਰਸ ਸਰਕਾਰ ਵੇਲੇ ਦੀ। ਇਹ ਕਿਹਾ ਜਾ ਰਿਹਾ ਨਾ ਕਿ ਕਾਂਗਰਸ ਦੇ ਵਿੱਚ ਜਿਹੜੀ ਇੱਕ ਮਤਲਬ ਚਾਹੇ ਉਹ ਨਿੱਜੀਕਰਨ ਨੂੰ ਲੈ ਕੇ ਹੋਵੇ ਜਾਂ ਅੱਜ ਇਸ ਤਰ੍ਹਾਂ ਐਕਟ ਆ ਰਹੇ ਹੈ ਵੀ ਮਤਲਬ ਉਹ ਹੌਲੀ ਰਫ਼ਤਾਰ ਦੇ ਵਿੱਚ, ਪਰ ਮੋਦੀ ਇਹਨਾਂ ਨੂੰ ਬੜੀ ਤੇਜ਼ੀ ਨਾਲ ਲਾਗੂ ਕਰ ਰਿਹਾ। ਕਿਉਂਕਿ ਜਿਹੜੇ ਮੋਦੀ ਸਰਕਾਰ ਹੈ ਹਾਂਜੀ ਇਹ ਇੱਕ ਖਾਸ ਆਈਡੀਓਲੋਜੀ ਨੂੰ ਲੈ ਕੇ ਚੱਲ ਰਹੀ ਹੈ। ਠੀਕ ਹੈ ਜੀ। ਕਾਂਗਰਸ ਫਿਰ ਵੀ ਜਿਹੜਾ ਧਰਮ ਨਿਰਪੱਖਤਾ ਦਾ ਮਕੌਟਾ ਪਾ ਕੇ ਚੱਲਦੀ ਰਹੀ ਹੈ। ਠੀਕ ਹੈ ਜੀ। ਇਹਨਾਂ ਦਾ ਤਾਂ ਐਲਾਨੀਆ ਹੈਗਾ ਹਾਂਜੀ ਵੀ ਅਸੀਂ ਦੇਸ਼ ਦੇ ਵਿੱਚ ਰਾਸ਼ਟਰਵਾਦ ਲੈ ਕੇ ਆਉਣਾ ਹੈ, ਇਹ ਹਿੰਦੂ ਰਾਸ਼ਟਰ ਬਣਾਉਣਾ ਹੈ। ਇਹਦੇ ਪਿੱਛੇ RSS ਕੰਮ ਕਰਦੀ ਹੈ। ਹਾਂਜੀ RSS ਦਾ ਇੱਕ ਆਪਣਾ ਏਜੰਡਾ ਹੈ। ਹੁਣ ਜਦੋਂ 2/3 ਬਹੁਮਤ ਜਦੋਂ BJP ਨੂੰ ਮਿਲੀ ਹੈ ਹਾਂਜੀ ਦੂਸਰੀ ਵਾਰ ਚੋਣਾਂ ਹੋਣ ਦੂਸਰੀ ਤੇ, ਵਾਰ ਉਹਦੇ ਵਿੱਚ ਕੀ ਹੋਇਆ, ਉਹ ਨੰਗਾ ਚਿੱਟਾ ਆਪਦਾ ਏਜੰਡਾ ਜਿਹੜਾ ਉਹ ਲਾਗੂ ਕਰਨ ਲੱਗੇ ਹੋਏ ਆ। ਲੱਗੇ ਹੋਏ। ਬਾਕੀ ਜੇ ਜਮਾਤੀ ਆਧਾਰ ਤੇ ਕੋਈ ਕਤਾਰਬੰਦੀ ਹੋ ਜਾਂਦੀ ਹੈ ਹਾਂਜੀ ਤਾਂ ਇਹ ਦੁਨੀਆ ਪੱਧਰ ਤੇ ਵੀ ਤੇ ਹਿੰਦੁਸਤਾਨ ਪੱਧਰ ਦੇ ਉੱਤੇ ਵੀ ਇਹਨਾਂ ਵਾਸਤੇ ਬਹੁਤ ਵੱਡੀ ਸਮੱਸਿਆ ਖੜੀ ਹੁੰਦੀ ਹੈ। ਹਾਂਜੀ ਸੋ ਇਸ ਕਰਕੇ ਸ਼ਾਵਨਿਜ਼ਮ ਜਿਹੜਾ ਉਭਾਰਨਾ ਹੈ, ਫਾਸ਼ੀਵਾਦ ਉਭਾਰਨਾ ਹੈ, ਹਾਂਜੀ ਉਹਦੇ ਵਾਸਤੇ ਕੋਈ ਨਾ ਕੋਈ ਆਧਾਰ ਚਾਹੀਦਾ ਹੈ। ਆਧਾਰ ਚਾਹੀਦਾ। ਆਧਾਰ ਉਹਦੇ ਵਾਸਤੇ ਧਾਰਮਿਕ ਉਨਮਾਦ ਫੈਲਾਉਣਾ, ਠੀਕ ਹੈ ਜੀ। ਜਾਤੀ ਪਾਤੀ ਉਨਮਾਦ ਫੈਲਾਉਣਾ, ਔਰ ਇਹ ਜੇ ਮਸਲੇ ਉਭਾਰ ਕੇ ਲੋਕਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਦੂਜੇ ਬੈਕਫੁੱਟ ਤੇ ਫੇਰ ਹੀ ਲਿਆਂਦਾ ਜਾ ਸਕਦਾ। ਸੋ BJP ਨੇ ਜਿਹੜਾ ਧਾਰਮਿਕ ਪੱਤਾ ਖੇਡ ਕੇ ਘੱਟ ਗਿਣਤੀਆਂ ਖਿਲਾਫ, ਦਲਿਤਾਂ ਖਿਲਾਫ ਜਿਹੜੀ ਇਹਨਾਂ ਦੀ ਆਈਡੀਓਲੋਜੀ ਹੈ, ਹਾਂਜੀ ਕਿਉਂਕਿ ਬਹੁ ਸੰਮਤੀ ਜਿਹੜੀ ਹੈਗੀ ਹੈ ਇੱਥੇ ਹਿੰਦੂ ਮਤ ਦੇ ਨਾਲ ਸੰਬੰਧ ਰੱਖਦੀ ਹੈ, ਔਰ ਇਹਨਾਂ ਨੇ ਇਹ ਫੈਕਟਰ ਵਿੱਚ ਐਕਸਟਰਾ ਜੋੜਤਾ। ਐਕਸਟਰਾ ਔਰ ਸਾਰੀਆਂ ਜਿੰਨੀਆਂ ਵੀ ਇਹਨਾਂ ਦੀਆਂ ਪਾਲਿਸੀਆਂ ਹੈ, ਹਾਂਜੀ ਸਾਰੀਆਂ ਪਾਲਿਸੀਆਂ ਨਿਕਲਦੀਆਂ ਤਾਂ ਉਸੇ ਹੀ ਵਰਲਡ ਆਰਡਰ ਦੇ ਵਿੱਚੋਂ ਆ ਜਿਹੜਾ ਸਰਮਾਏਦਾਰਾਂ ਦਾ ਘੜਿਆ ਹੋਇਆ।
ਪਰ ਇਹਦੇ ਨਾਲ ਜਿਹੜੀ ਮਤਲਬ ਧਾਰਮਿਕ ਵਖਰੇਵਾਂ, ਜਾਤੀ ਪਾਤੀ ਵਖਰੇਵਾਂ, ਹਾਂਜੀ ਦੂਜੇ ਧਰਮਾਂ ਨਾਲ ਨਫ਼ਰਤ ਦੇ ਖਿਲਾਫ ਨਫ਼ਰਤ ਫੈਲਾਉਣੀ, ਫਲਾਉਣੀ ਇਹ ਹਿੰਦੁਸਤਾਨ ਦੇ ਵਿੱਚ ਵੀ ਜਿਹੜੀ ਮਤਲਬ ਜਮਾਤ ਹੈ ਜਿਹੜੀ ਮੁੱਢ ਤੋਂ ਹੀ ਧਰਮ ਦੇ ਆਧਾਰ ਤੇ ਵਿਤਕਰੇ ਦੇ ਉੱਤੇ ਟਿਕੀ ਹੋਈ ਹੈ, ਠੀਕ ਹੈ ਜੀ। ਉਸ ਜਮਾਤ ਦੇ ਹੱਥ 'ਚ ਪਾਵਰ ਆਉਣ ਨਾਲ ਇਹ ਇੱਕ ਵਾਧੂ ਫੈਕਟਰ ਜੁੜ ਗਿਆ। ਹਾਂਜੀ ਸੋ ਇਸ ਕਰਕੇ ਇਹਨਾਂ 'ਚ ਅਸਹਿਣਸ਼ੀਲਤਾ, ਦੂਜੇ ਧਰਮਾਂ ਨੂੰ ਜਾਂ ਦੂਜੇ ਵਿਚਾਰਾਂ ਨੂੰ ਜਾਂ ਆਪਣੇ ਵਿਰੋਧੀ ਵਿਚਾਰਾਂ ਨੂੰ ਕੋਈ ਥਾਂ ਦੇਣ ਤੋਂ ਬਿਲਕੁਲ ਇਨਕਾਰੀ ਹੋਣਾ, ਹਾਂਜੀ ਇਹ ਮਤਲਬ ਇਹਨਾਂ ਦੀ ਬਕਾਇਦਾ ਤੌਰ ਤੇ ਆਈਡੀਓਲੋਜੀ ਦੇ ਵਿੱਚ ਹੀ ਸ਼ਾਮਲ ਹੈ। ਉਦੋਂ ਪਹਿਲਾਂ ਵੀ ਹਿੰਦੁਸਤਾਨ ਦੇ ਵਿੱਚ ਜਿਹੜੀ ਵਰਨ ਵੰਡ, ਊਚ ਨੀਚ, ਛੂਆ ਛੂਤ, ਜਿੰਨੀਆਂ ਵੀ ਮਤਲਬ ਬਿਮਾਰੀਆਂ ਸੱਭਿਆਚਾਰਕ ਪੱਧਰ ਤੇ ਸਮਾਜਿਕ ਪੱਧਰ ਤੇ ਪਈਆਂ, ਜਿਹਦੀ ਲਗਾਤਾਰ ਇਹਦੀ ਵਿਰੋਧਤਾ ਵੀ ਹੁੰਦੀ ਰਹੀ ਹੈ, ਜਿਹਦੇ ਵਿੱਚ ਖੱਬੇ ਪੱਖੀ ਵਿਚਾਰ ਵਾਲੀਆਂ ਜਥੇਬੰਦੀਆਂ ਵੀ ਕਰਦੀਆਂ ਰਹੀਆਂ, ਅੰਬੇਦਕਰਵਾਦੀ ਵਿਚਾਰ ਵਾਲੀਆਂ ਵੀ ਕਰਦੀਆਂ ਰਹੀਆਂ। ਹਾਂਜੀ ਸੋ ਉਹਨਾਂ ਦਾ ਇੱਕ ਆਪਣਾ ਖੇਮਾ ਹੈ। ਹਾਂਜੀ ਹੱਥ ਪਾਵਰ ਆਉਣ ਤੇ 2/3 ਬਹੁਮਤ ਮਿਲਣ ਤੇ ਨੰਗੇ ਚਿੱਟੇ ਰੂਪ ਦੇ ਵਿੱਚ ਹਾਂਜੀ ਇੱਥੋਂ ਦੇ ਜਿਹੜੇ ਲੋਕਲ ਸਰਮਾਏਦਾਰ ਹੈ ਹਾਂਜੀ ਔਰ ਜਿਹੜੇ ਧਾਰਮਿਕ ਕੱਟੜ ਲੋਕ ਹੈ, ਉਹਨਾਂ ਦਾ ਜਿਹੜਾ ਗੱਠਜੋੜ ਹੋਇਆ ਹੈ, ਇਹ ਸਾਰੀਆਂ ਪਾਲਿਸੀਆਂ ਉਹਦੇ ਵਿੱਚੋਂ ਨਿਕਲੀਆਂ। ਔਰ ਹਿੰਦੁਸਤਾਨ ਦੇ ਵਿੱਚ ਜਿਹੜੇ ਇਹ ਅੰਬਾਨੀ ਅਡਾਨੀ ਜਿਹੜਾ ਇਹ ਸਾਰਾ ਗਰੁੱਪ ਹੈ, ਹਾਂਜੀ ਹਿੰਦੁਸਤਾਨ ਦੇ ਟੋਟਲ ਸਰਮਾਏ ਦੇ ਉੱਤੇ ਹਾਂਜੀ ਇਹ ਕਬਜ਼ਾ ਕਰਨ ਵਾਲੇ ਪਾਸੇ ਨੂੰ ਮਤਲਬ ਜਾ ਰਿਹਾ ਹੈ, ਕਿਉਂਕਿ ਇਹ ਗੱਲਾਂ ਚੋਣਾਂ ਤੋਂ ਪਹਿਲਾਂ ਸਾਰੀਆਂ ਬੈਕਫੁੱਟ ਤੇ ਤੈਅ ਹੋ ਜਾਂਦੀਆਂ। ਬਹੁਤ ਵੱਡਾ ਸਰਮਾਇਆ ਇਹਨਾਂ ਚੋਣਾਂ ਦੇ ਉੱਤੇ ਲੱਗਦਾ ਤੇ ਇਹ ਜਿਹੜੇ ਵੱਡੇ ਸਰਮਾਏਦਾਰ ਹੈ ਇਹ ਇਹਨਾਂ ਪਾਰਟੀਆਂ ਨੂੰ ਫੰਡਿੰਗ ਕਰਦੇ ਆ। ਉਹ ਫੰਡਿੰਗ ਕਰਨ ਕਰਕੇ ਖੜੇ ਹੀ ਉਹਨਾਂ ਦੇ ਸਿਰ ਤੇ ਹੁੰਦੇ ਆ ਇਹ, ਇਸ ਕਰਕੇ ਉਹਨਾਂ ਦੀ ਮਜਬੂਰੀ ਹੁੰਦੀ ਹੈ। ਜੇ ਉਹਨਾਂ ਦੇ ਮਗਰ ਨਹੀਂ ਚੱਲਦੇ ਤੇ ਅਗਲੇ ਵਾਰੀ ਨੂੰ ਉਹ ਜਿਹੜਾ ਹੈਗਾ ਸਾਰਾ ਆਧਾਰ ਉਹਨਾਂ ਦਾ ਖਿਸਕ ਸਕਦਾ ਹੈ। ਸੋ ਇਸ ਪ੍ਰਸੰਗ 'ਚ ਦੇਖਿਆ ਜਿਹੜੀਆਂ ਇਹ ਐਕਟ ਬਣੇ ਆ, ਹਾਂਜੀ ਇਹ ਉਹਨਾਂ ਲੋਕਾਂ ਨੂੰ ਸਰਵ ਕਰਨ ਦੀ ਖਾਤਰ ਹੀ ਬਣੇ, ਇਹਦੇ 'ਚ ਕੋਈ ਭੁਲੇਖੇ ਵਾਲੀ ਗੱਲ ਨਹੀਂ। ਅਸੀਂ ਦੇਖਿਆ ਹੈ ਵੀ ਧਰਨੇ ਪ੍ਰਦਰਸ਼ਨ ਹੁੰਦੇ ਸੀ, ਤੁਸੀਂ ਵੀ ਜਥੇਬੰਦੀਆਂ ਦੇ ਵਿੱਚ ਕੰਮ ਕੀਤਾ ਹੋਇਆ ਹੈ, ਕਿਸਾਨ ਜਥੇਬੰਦੀਆਂ ਦੇ ਪਹਿਲਾਂ ਧਰਨੇ ਪ੍ਰਦਰਸ਼ਨ ਹੁੰਦੇ ਸੀ, ਉਹਨਾਂ ਦੇ ਵਿੱਚ ਬਜ਼ੁਰਗ ਵੱਡੀ ਉਮਰ ਦੇ ਲੋਕ ਜ਼ਿਆਦਾ ਜਾਂਦੇ ਹੁੰਦੇ ਸੀਗੇ। ਆਮ ਵੀ ਘਰਾਂ ਦੇ ਵਿੱਚੋਂ ਕਿਹਾ ਜਾਂਦਾ ਸੀ ਵੀ ਜਿਹੜਾ ਵਿਹਲਾ ਬੰਦਾ ਉਹ ਯੂਨੀਅਨ ਦੇ ਵਿੱਚ ਚਲਿਆ ਜਾਂਦਾ। ਹੁਣ ਦੇਖਣ ਦੇ ਵਿੱਚ ਆਉਂਦਾ ਹੈ ਕਿ ਅੱਜ ਉਹ ਧਰਨਿਆਂ ਦੇ ਵਿੱਚ ਨੌਜਵਾਨ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੁੰਦੇ ਆ, ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੀਆਂ। ਕੀ ਇਹ ਥੋੜ੍ਹੇ ਟਾਈਮ ਦੇ ਗੁੱਸੇ ਕਰਕੇ ਇਹ ਸ਼ਾਮਲ ਹੋ ਰਿਹਾ ਜਾਂ ਇਹ ਕੋਈ ਸ਼ੁਭ ਸੰਕੇਤ ਅੱਗੇ ਵਾਸਤੇ? ਦੇਖੋ, ਇਹ ਜਿਹੜਾ ਵਰਤਾਰਾ ਹੈ ਨਾ, ਇਹ ਇੱਕਦਮ ਪੈਦਾ ਨਹੀਂ ਹੋਇਆ। ਠੀਕ ਹੈ ਜੀ। ਜਿੰਨੀਆਂ ਵੀ ਜਥੇਬੰਦੀਆਂ ਮਤਲਬ ਹੁਣ ਇਹ ਕਿਸਾਨੀ ਸੰਘਰਸ਼ ਲੜ ਰਹੀਆਂ, ਹਾਂਜੀ, ਇਹਨਾਂ ਦੇ ਦਾ ਜਿਹੜਾ ਪਿਛੋਕੜ ਦੇ ਵਿੱਚ ਜਾਈਏ ਤਾਂ ਇਹ ਇੱਕ ਬਕਾਇਦਾ ਤੌਰ ਤੇ ਮਤਲਬ ਇੱਕ ਵਿਚਾਰਧਾਰਾ ਨੂੰ ਅਪਣਾਈਆਂ ਹੋਈਆਂ ਜਥੇਬੰਦੀਆਂ। ਇਹ ਕੋਈ ਇੱਕ ਦਿਨ 'ਚ ਨਹੀਂ, 35 40 ਸਾਲ ਹੋ ਗਏ ਇਹਨਾਂ ਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ ਆ ਉਹ ਲਗਾਤਾਰ ਕਿਸਾਨੀ ਤੇ ਮਜ਼ਦੂਰ ਤੇ ਮੁਲਾਜ਼ਮ ਤੇ ਛੋਟੇ ਵਰਗਾਂ ਦੇ ਹਿੱਤਾਂ ਵਾਸਤੇ ਸੰਘਰਸ਼ ਕਰ ਰਹੇ ਤੇ ਲਗਾਤਾਰ ਲੜਨ ਕਰਕੇ ਉਹਨਾਂ ਦਾ ਬਹੁਤ ਸਾਰਾ ਤਜਰਬਾ ਹੈ। ਹਾਂਜੀ, ਉਹ ਉਹਨਾਂ ਨੇ ਸਾਰੇ ਮੋੜ ਘੋੜ ਦੇਖੇ ਹੈ, ਆਪਦੇ ਘਰ-ਬਾਰ ਛੱਡ ਕੇ ਉਹ ਬੰਦੇ ਲੱਗੇ ਹੋਏ ਆ। ਕੋਈ ਐ ਇੱਕਦਮ ਖਲਾਅ ਨਹੀਂ ਇਹ ਸਿਸਟਮ ਪੈਦਾ ਹੋ ਗਿਆ। ਇਹ ਜਿਹੜਾ ਸਾਰਾ ਵਰਤਾਰਾ ਹੈ ਇਹ ਲਗਾਤਾਰ ਸੰਘਰਸ਼ ਨੇ ਪੈਦਾ ਕੀਤਾ ਹੈ। ਠੀਕ ਹੈ। ਜਿੱਥੋਂ ਤੱਕ ਆਪਾਂ ਸਮਝਦੇ ਹਾਂ ਵੀ ਮੀਡੀਆ ਰਾਹੀਂ ਇਹ ਹੋਇਆ ਹੈ, ਤਾਂ ਮੀਡੀਆ ਵੀ ਵੱਡੇ ਪੱਧਰ ਦੇ ਉੱਤੇ ਕਾਰਪੋਰੇਟ ਅਦਾਰਿਆਂ ਦਾ ਕੰਟਰੋਲ ਕੀਤਾ ਹੋਇਆ ਹੈ। ਅਡਾਨੀ, ਅੰਬਾਨੀ ਤੇ ਸਹਾਰਾ ਗਰੁੱਪ ਦੇ ਮਤਲਬ ਬਹੁਤ ਸਾਰੇ ਚੈਨਲ ਹੈ। ਹਾਂਜੀ, ਅੱਧਾ ਸੈਂਕੜਾ ਦੇ ਨੇੜੇ ਇਹਨਾਂ ਦੇ ਚੈਨਲ ਹੈ। ਹਾਂਜੀ, ਔਰ ਇਹ ਚੈਨਲ ਬਿਲਕੁਲ ਵੀ ਇਹਨਾਂ ਦੀ ਖਬਰ ਨਹੀਂ ਲਾ ਰਹੇ, ਬਿਲਕੁਲ ਵੀ ਨਹੀਂ। ਔਰ ਜਿਹੜਾ ਸੋਸ਼ਲ ਮੀਡੀਆ ਹੈ, ਜਿਹੜੇ ਛੋਟੇ ਚੈਨਲ ਹੈ ਜਾਂ ਆਪਣੇ ਨਿੱਜੀ ਪੱਧਰ ਦੇ ਉੱਤੇ ਮਤਲਬ ਨੈੱਟ ਦੇ ਉੱਤੇ ਜੋ ਕੁਝ ਮਟੀਰੀਅਲ ਆਉਂਦਾ ਹੈ, ਇਹਦੇ ਕਰਕੇ ਵੀ ਮੈਂ ਮਹਿਸੂਸ ਕਰਦਾ ਹਾਂ ਵੀ ਆਮ ਬੰਦਿਆਂ ਦਾ ਇੱਕ ਆਪਦਾ ਮਤਲਬ ਮੀਡੀਆ ਕ੍ਰੀਏਟ ਹੋ ਗਿਆ, ਜਿਹੜੇ ਨੇ ਆਮ ਲੋਕਾਂ ਤੱਕ ਗੱਲ ਪਹੁੰਚਾਤੀ। ਆਮ ਲੋਕਾਂ ਕੋਲੇ ਜਦੋਂ ਇਹ ਗੱਲ ਪਹੁੰਚੀ ਹੈ ਤੇ ਉਹ ਇੱਥੋਂ ਦੀਆਂ ਜਿਹੜੀਆਂ ਇਹ ਪਾਲਿਸੀਆਂ ਹੈ ਸੈਂਟਰ ਸਰਕਾਰ ਦੀਆਂ ਲਗਾਤਾਰ ਚੱਲ ਰਹੀਆਂ, ਇਹਨਾਂ ਤੋਂ ਤੰਗ ਤਾਂ ਉਹ ਪਹਿਲਾਂ ਹੀ ਹੈ। ਔਰ ਜਿਹੜਾ ਨੌਜਵਾਨ ਹੈ ਉਹ ਨਿਰਾਸ਼ ਹੈ, ਉਹਦੇ ਚੋਂ ਬਹੁਤੇ ਬਾਹਰ ਨੂੰ ਭੱਜ ਰਹੇ ਹੈ। ਜਿੱਥੋਂ ਤੱਕ ਸਰਵਿਸ ਸੈਕਟਰ ਦਾ ਸਵਾਲ ਹੈ, ਵੱਡੇ ਪੱਧਰ ਦੇ ਉੱਤੇ ਪੜ੍ਹਾ ਲਿਖਿਆ ਨੌਜਵਾਨ ਬੇਰੁਜ਼ਗਾਰ ਹੈ ਤੇ ਜਿਹੜੇ ਰੁਜ਼ਗਾਰ ਮਿਲਿਆ ਵੀ ਹੈ ਉਹ ਲੰਗਾ ਲੂਲਾ ਮਤਲਬ ਰੁਜ਼ਗਾਰ ਹੈ, 5-5 10-10 ਹਜ਼ਾਰ ਦੇ ਉੱਤੇ ਕੰਮ ਕਰ ਰਹੇ ਹੈ। ਇਸ ਕਰਕੇ ਜਿਹੜਾ ਚੇਤਨ ਸੈਕਸ਼ਨ ਆ ਉਹਦੇ ਵਿੱਚ ਉਹਨਾਂ ਨੂੰ ਐਂ ਲੱਗਣ ਲੱਗ ਗਿਆ ਵੀ ਬਾਹਰ ਆਪਾਂ ਜਾ ਨਹੀਂ ਸਕਦੇ, 35-40 ਲੱਖ ਰੁਪਈਆ ਨਹੀਂ ਇਕੱਠਾ ਕਰ ਸਕਦੇ, ਇੱਥੇ ਆਪਾਂ ਨੂੰ ਕੋਈ ਨੌਕਰੀ ਮਿਲ ਨਹੀਂ ਰਹੀ। ਖੇਤੀ ਜਿਹੜੀ ਹੈਗੀ ਆ ਉਹਦਾ ਮਸ਼ੀਨੀਕਰਨ ਹੋ ਗਿਆ, ਉਹ ਬਹੁਤ ਜ਼ਿਆਦਾ ਖਰਚੀਲੀ ਹੋ ਗਈ। ਹੁਣ ਉਹ ਘੱਟੋ ਘੱਟ ਉਹ ਸੈਕਸ਼ਨ ਜਿਹੜਾ ਇੰਨਾ ਕੁ ਸੋਚ ਰੱਖਦਾ ਹੈ, ਉਹ ਸੈਕਸ਼ਨ ਮਤਲਬ ਇਹਨਾਂ ਜਥੇਬੰਦੀਆਂ ਨਾਲ ਜੁੜਿਆ। ਤੋ ਇਹ ਮਤਲਬ ਦੋਨੇ ਗੱਲਾਂ ਹੈ, ਇੱਕ ਤਾਂ ਸੋਸ਼ਲ ਮੀਡੀਆ ਜਿਹੜਾ ਨਿੱਜੀ ਪੱਧਰ ਤੇ ਜਾਂ ਕੁਝ ਜਥੇਬੰਦੀਆਂ ਵੱਲੋਂ ਜਾਂ ਕੁਝ ਸਿਆਣੇ ਲੋਕਾਂ ਵੱਲੋਂ, ਚੇਤਨ ਲੋਕਾਂ ਵੱਲੋਂ
ਚਲਾਇਆ ਜਾ ਰਿਹਾ ਹੈ, ਹਾਂਜੀ ਉਹਦੇ ਕਰਕੇ ਗੱਲ ਇਹ ਲੋਕਾਂ 'ਚ ਗਈ ਹੈ। ਪਹਿਲਾਂ ਇਹ ਸੀਗਾ ਵੀ ਇਹਨਾਂ ਲੋਕਾਂ ਨੂੰ ਮੀਡੀਆ ਦੇ ਵਿੱਚ ਕੋਈ ਜਗ੍ਹਾ ਹੀ ਨਹੀਂ ਮਿਲਦੀ ਸੀ, ਹਾਂਜੀ ਤੋ ਇਹ ਕੁਝ ਮੀਡੀਆ ਮੂਵਮੈਂਟ ਜਿਹੜੀ ਚੱਲੀ ਹੈ ਇਹਦਾ ਵੀ ਅਸਰ ਹੈ। ਪਰ ਦੂਜੇ ਪਾਸੇ ਆਪਾਂ ਇਹ ਵੀ ਦੇਖ ਰਹੇ ਹਾਂ ਜਿਹੜਾ ਸਰਮਾਏਦਾਰ ਪੱਖੀ ਮੀਡੀਆ ਹੈਗਾ ਹਾਂਜੀ ਉਹ ਬਿਲਕੁਲ ਹੀ ਇਹਨੂੰ ਕਵਰ ਨਹੀਂ ਕਰ ਰਿਹਾ। ਯਾਨੀ ਮੀਡੀਆ ਦੇ ਵਿੱਚ ਵੀ ਇੱਕ ਪੂਰੀ ਕਤਾਰਬੰਦੀ ਦਿਸਦੀ ਹੈ। ਇਹ ਜਿਹੜਾ ਸੰਘਰਸ਼ ਹੈ ਹਾਂਜੀ ਇਹ ਸਿੱਟੇ ਹੁਣ ਕੱਢਣ ਲੱਗਿਆ ਹੈ। ਸੰਘਰਸ਼ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੈ ਇਹ ਸਿਚੁਏਸ਼ਨ ਬਣਾਉਣ ਦੀਆਂ ਉਹ ਲਗਾਤਾਰ 25-30 ਸਾਲ ਤੋਂ ਜਿੱਥੋਂ ਤੱਕ ਮੇਰਾ ਤਜਰਬਾ ਹੈ ਇਹ ਲਗਾਤਾਰ ਜਾਰੀ ਹੈ। ਨੌਜਵਾਨ ਆਪਾਂ ਗੱਲ ਕੀਤੀ ਹੈ ਕਿ ਨੌਜਵਾਨ ਧਰਨਾ 'ਚ ਆਉਣ ਲੱਗੇ ਆ। ਪਹਿਲਾਂ ਜਿਹੜਾ ਨੌਜਵਾਨ ਆਮ ਤੌਰ 'ਤੇ ਅਸੀਂ ਦੇਖਦੇ ਸੀ ਕਿ ਉਹ ਮਤਲਬ ਜਿਸ ਤਰ੍ਹਾਂ ਕੁਝ ਗਾਇਕਾਂ ਦੇ ਬਹਿਕਾਵੇ ਦੇ ਵਿੱਚ ਆ ਕੇ ਗੈਂਗਵਾਰ ਵਾਲੇ ਪਾਸੇ ਚਲਿਆ ਗਿਆ ਜਾਂ ਉਹਨਾਂ ਨੂੰ ਸੁਪਨਿਆਂ ਦੀ ਦੁਨੀਆ ਦਿਖਾਈ ਜਾਂਦੀ ਸੀ। ਇਹਦੇ ਪਿੱਛੇ ਕੀ ਵਰਤਾਰਾ ਜਿਹੜਾ ਨੌਜਵਾਨਾਂ ਨੂੰ ਕਿਸੇ ਹੋਰ ਹੀ ਪਾਸੇ ਧੱਕਿਆ ਜਾ ਰਿਹਾ ਸੀ, ਅਸਲ ਮੁੱਦਿਆਂ ਤੋਂ ਭੜਕਾਇਆ ਜਾ ਰਿਹਾ ਸੀ? ਦੇਖੋ ਇਹ ਦੋਨੇ ਕੋਸ਼ਿਸ਼ਾਂ ਸੁਚੇਤ ਤੇ ਚੇਤ ਇਹ ਚੱਲਦੀਆਂ ਹੀ ਰਹਿੰਦੀਆਂ। ਠੀਕ ਹੈ ਜੀ। ਇੱਕ ਪੰਜਾਬ ਦੇ ਸੰਦਰਭ 'ਚ ਆਪਾਂ ਦੇਖਣਾ ਹੋਵੇ ਤਾਂ ਇੱਕ ਦੌਰ ਆਇਆ ਜਦੋਂ ਜਿਹਨੂੰ ਆਪਾਂ ਗ੍ਰੀਨ ਰੈਵੋਲੂਸ਼ਨ ਕਹਿੰਦੇ ਆ। ਹਾਂਜੀ ਕੁਛ ਦੇ ਚਿਰ ਦੇ ਵਿੱਚ ਮਤਲਬ ਫਸਲ ਵੱਡੇ ਪੱਧਰ ਤੇ ਹੋਣ ਲੱਗ ਗਈ, ਨਵੇਂ ਬੀਜ ਆ ਗਏ, ਮਸ਼ੀਨਰੀ ਆ ਗਈ ਹਾਂਜੀ ਔਰ ਪਾਣੀ ਦੇ ਪ੍ਰਬੰਧ ਹੋ ਗਏ ਔਰ ਟਿਊਬਵੈੱਲ ਲੱਗ ਗਏ, ਟਿਊਬਵੈੱਲ ਦੇ ਸਮਰਸੀਬਲ ਮੋਟਰਾਂ ਆ ਗਈਆਂ। ਹਾਂਜੀ ਉਹ ਲੋਕਾਂ ਨੂੰ ਐ ਸੀ ਵੀ ਸ਼ਾਇਦ ਆਪਣੀ ਬੰਦ ਖਲਾਸੀ ਐ ਹੁਣ ਮਤਲਬ ਹੋ ਜੇ ਸ਼ਾਇਦ, ਹਾਂਜੀ ਉਹਨਾਂ ਨੂੰ ਭੁਲੇਖਾ ਸੀ। ਪਰ ਉਹ ਪਿਛਲੇ ਲੰਬੇ ਸਮੇਂ 'ਚ ਜਦੋਂ ਇਹ ਪਾਲਿਸੀਆਂ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਸਰਮਾਏਦਾਰ ਪੱਖੀ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ, ਹਾਂਜੀ ਜਿਹਦੇ ਵਿੱਚੋਂ ਚਾਰ ਚਫੇਰੇ ਆਪਾਂ ਦੇਖ ਸਕਦੇ ਹਾਂ ਵੀ ਆਮ ਤੌਰ 'ਤੇ ਐਲਾਨੀਆਂ ਇਹ ਹੋ ਗਿਆ ਵੀ ਜਿਹੜਾ ਸਰਕਾਰੀ ਅਦਾਰੇ ਆ ਉਹਨਾਂ ਦਾ ਭੋਗ ਪਾਓ, ਹਾਂਜੀ ਸਰਕਾਰੀ ਅਦਾਰਿਆਂ ਨੂੰ ਮਤਲਬ ਵੇਚੋ ਹਾਂਜੀ ਜਾਂ ਉਹਨਾਂ ਨੂੰ ਬੰਦ ਕਰੋ। ਹਾਂਜੀ ਇਹ ਜਦੋਂ ਆ ਗਿਆ ਤੇ ਇਹਦਾ ਮਤਲਬ ਸਰਕਾਰੀ ਨੌਕਰੀਆਂ ਵਾਲਾ ਪਾਸਾ ਜਿਹੜਾ ਹੈਗਾ ਉਹ ਬੰਦ ਹੁੰਦਾ ਦਿਸਿਆ। ਪਹਿਲਾਂ ਲੋਕ ਵੀ ਉੱਠਦਾ ਬਿੱਲ ਸ਼ਾਇਦ ਡਿੱਗ ਪਏ ਇਸ ਆਸ 'ਚ ਬੈਠੇ ਸੀ ਵੀ ਸ਼ਾਇਦ ਆਪਾਂ ਨੂੰ ਕੋਈ ਨੌਕਰੀ ਮਿਲ ਜੇ। ਦੂਜੀ ਗੱਲ ਨੌਕਰੀਆਂ ਵੀ ਅੱਗੇ ਫਿਰ ਠੇਕੇ ਤੇ ਕਰਤੀਆਂ। ਹਾਂਜੀ ਯਾਨੀ ਠੇਕੇ ਤੇ ਵੀ ਬਹੁਤ ਘੱਟ ਜਿਹੜੀ ਮਤਲਬ ਤਨਖਾਹ ਦੇ ਉੱਤੇ, ਬਾਕੀ ਕੁਛ ਜਿਹੜੀ ਸਰਵਿਸ ਸਿਕਿਉਰਿਟੀ ਸੀਗੀ ਉਹਦੇ ਵਿੱਚ ਪੈਨਸ਼ਨਾਂ ਦੀ ਸਕੀਮਾਂ ਬੰਦ ਹੋ ਗਈਆਂ ਔਰ GPF ਵਗੈਰਾ ਦਾ ਜਿਹੜਾ ਉਹ EPF ਤੇ ਆ ਗਈ ਗੱਲ, ਕਟੌਤੀਆਂ ਹੋਣ ਲੱਗ ਗਈਆਂ। ਯਾਨੀ ਜਿਹੜਾ ਪੜ੍ਹਿਆ ਲਿਖਿਆ ਸੈਕਸ਼ਨ ਸੀ ਉਹਦੇ ਵਿੱਚ ਅਨਰੈਸਟ ਉਦੋਂ ਤੋਂ ਵਧਣੀ ਸ਼ੁਰੂ ਹੋ ਗਈ। ਉਹ ਆਪਾਂ ਉਹਨਾਂ ਜਥੇਬੰਦੀਆਂ ਤੋਂ ਦੇਖ ਸਕਦੇ ਹਾਂ ਜਿਵੇਂ ਨਰਸਾਂ ਦੀਆਂ ਜਥੇਬੰਦੀਆਂ, ਠੇਕੇਦਾਰ ਡੋਡੀ ਅਦਾਰਿਆਂ ਦੇ ਵਿੱਚ ਜਿਹੜੇ ਠੇਕੇ ਵਾਲੇ ਮੁਲਾਜ਼ਮ ਹੈ ਉਹਨਾਂ ਦੀਆਂ ਜਥੇਬੰਦੀਆਂ, ਹਾਂਜੀ ਉਹ ਉਹਨਾਂ ਹੀ ਪੋਸਟਾਂ ਦੇ ਉੱਤੇ ਉਹ 5-5 6-6 ਹਜ਼ਾਰ ਲੈ ਰਹੇ ਆ। ਜਿਹੜੇ ਰੈਗੂਲਰ ਪੁਰਾਣੇ ਲੱਗੇ ਬੰਦੇ ਆ ਉਹ 50-50 60-60 ਹਜ਼ਾਰ ਲੈ ਰਹੇ ਆ। ਉਹਨਾਂ ਨੂੰ ਇਹ ਸਾਫ਼ ਦਿਸਣ ਲੱਗ ਗਿਆ ਵੀ ਇਹ ਜਿਹੜੀ ਸਰਕਾਰ ਆ ਇਹ ਕਿਹੜੇ ਪਾਸੇ ਨੂੰ ਜਾ ਰਹੀ ਹੈ। ਔਰ ਮੋਦੀ ਸਰਕਾਰ ਦੇ ਆਉਣ ਵੇਲੇ ਤਾਂ ਨੰਗੀਆਂ ਚਿੱਟੀਆਂ ਹੀ ਮਤਲਬ ਝੂਠ, ਹਾਂਜੀ ਔਰ ਲੋਕਾਂ ਨੂੰ ਬਿਲਕੁਲ ਹੀ ਲਾਰੇ ਨੰਗੇ ਚਿੱਟੇ, ਹਾਂਜੀ ਤੇ ਵੱਡੇ ਲੋਕਾਂ ਦੇ ਹੱਕ ਦੀਆਂ ਪਾਲਿਸੀਆਂ ਜਦੋਂ ਬਣਨ ਲੱਗ ਗਈਆਂ, ਹਾਂਜੀ ਘੱਟੋ ਘੱਟ ਜਿਹੜੇ ਲੋਕ ਇਹ ਸਿਸਟਮ ਨੂੰ ਸਮਝਦੇ ਆ ਉਹਨਾਂ ਦੇ ਵਿੱਚ ਗੁੱਸਾ ਹੋਰ ਤੇਜ਼ ਹੋਇਆ। ਹਾਂਜੀ ਸੋ ਇਸ ਕਰਕੇ ਇਹ ਦੌਰ ਆਉਣਾ ਹੀ ਸੀ। ਠੀਕ ਹੈ ਜੀ। ਕਿਉਂਕਿ ਜਿਉਂ-ਜਿਉਂ ਜਬੇ ਬਾਣ ਲੱਗੇ ਤਬੇ ਰੁੱਸ ਜਾਗੇ, ਹਾਂਜੀ ਜਿਵੇਂ ਜਿਵੇਂ ਮਤਲਬ ਜਿਹੜੀ ਮਾਰ ਆ ਉਹ ਸਿੱਧੀ ਪੈਣੀ ਸ਼ੁਰੂ ਹੁੰਦੀ ਹੈ ਠੀਕ ਹੈ ਤੇ ਸਿੱਧਾ ਮਾਰਨ ਵਾਲਾ ਬੰਦਾ ਵੀ ਦਿਸਣ ਲੱਗ ਜਾਂਦਾ ਹਾਂਜੀ ਵੀ ਫਲਾਨਾ ਮਾਰ ਰਿਹਾ ਹੈ। ਹਾਂਜੀ ਇਸ ਕਰਕੇ ਇਹ ਦੌਰ ਵੀ ਇਹ ਸਿਸਟਮ ਦਾ ਹਿੱਸਾ ਹੀ ਹੈ। ਜਿਉਂ-ਜਿਉਂ ਸਰਮਾਏਦਾਰੀ ਦਾ ਸੰਕਟ ਵਧੂਗਾ ਹਾਂਜੀ ਤਿਉਂ-ਤਿਉਂ ਇਹ ਜਿਹੜੀਆਂ ਜਥੇਬੰਦੀਆਂ ਹੋਰ ਵੀ ਪੈਦਾ ਹੋਣਗੀਆਂ, ਇਹ ਮਜ਼ਬੂਤ ਹੋਣਗੀਆਂ। ਇੱਕ ਗੱਲ ਜਿਹੜੀ ਫਾਇਦੇ ਵਾਲੀ ਹੋਈ ਹੈ ਹਾਂਜੀ ਵੀ ਜਿਹੜੀਆਂ ਰਵਾਇਤੀ ਸਿਆਸੀ ਪਾਰਟੀਆਂ ਹਾਂਜੀ ਉਹਨਾਂ ਦੇ ਉੱਤੋਂ ਆਮ ਬੰਦੇ ਦਾ ਮੋਹ ਵੀ ਟੁੱਟਿਆ। ਅਸੀਂ ਤੁਹਾਡੀ ਗੱਲ ਵਿੱਚ ਹੈ, ਅਸੀਂ ਆਉਂਦੇ ਸੀ ਇੱਧਰ ਨੂੰ ਹੀ ਆਉਂਦੇ ਸੀ ਤਾਂ ਅਸੀਂ ਰਸਤੇ 'ਚ ਵੇਖਿਆ ਕਿ ਅੱਗੇ ਕੋਠੀਆਂ ਦੇ ਉੱਤੇ ਜਿਹੜੇ ਝੰਡੇ ਲੱਗੇ ਹੁੰਦੇ ਸੀ ਉਹ ਪੋਲੀਟੀਕਲ ਪਾਰਟੀਆਂ ਝੰਡੇ ਲੱਗੇ ਹੁੰਦੇ ਸੀ। ਕੋਈ ਅਕਾਲੀ ਦਲ ਦਾ ਝੰਡਾ ਲਾਉਂਦਾ, ਕੋਈ ਅੱਜ ਅਸੀਂ ਦੇਖਿਆ ਕਿ ਵੱਡੀਆਂ ਵੱਡੀਆਂ ਕੋਠੀਆਂ ਦੇ ਉੱਪਰ ਵੀ ਕਿਸਾਨ ਜਿਹੜੀਆਂ ਦੇ ਝੰਡੇ ਲੱਗੇ ਹੋਏ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਵੀ ਇਹਨੂੰ ਇੱਕ ਸ਼ੁਭ ਸੰਕੇਤ ਹੀ ਮੰਨਿਆ ਜਾ ਸਕਦਾ। ਨਹੀਂ ਬਿਲਕੁਲ, ਜਿਹੜੀ ਹੁਣ ਇਹ ਲੋਕਾਂ ਦੀ ਮੂਵਮੈਂਟ ਬਣੀ ਹੈ ਹਾਂਜੀ ਇਹ ਸ਼ੁਭ ਸੰਕੇਤ ਹੀ ਹੈ। ਤੇ ਕਿਉਂਕਿ ਸਮਾਂ ਜਿਹੜਾ ਹੈਗਾ ਉਹ ਆਪਦੀ ਤੋਰ ਆਪ ਤੁਰਦਾ ਹੈ। ਹਾਂਜੀ ਜਿਹੜੀਆਂ ਬਾਹਰਮੁਖੀ ਹਾਲਤਾਂ ਹੈ ਜਦੋਂ ਤਿਆਰ ਹੋ ਜਾਂਦੀਆਂ ਤੇ ਲਹਿਰਾਂ ਇੱਕਦਮ ਉੱਠਦੀਆਂ। ਠੀਕ ਹੈ ਜੀ। ਤੇ ਹੁਣ ਬਾਹਰਮੁਖੀ ਹਾਲਤਾਂ ਦੇ ਵਿੱਚ ਅੱਗੇ ਜਦੋਂ ਅੱਜ ਤੋਂ 20-25 ਸਾਲ ਪਹਿਲਾਂ ਅਸੀਂ ਕੋਈ ਅਮਰੀਕਾ ਬਾਰੇ ਗੱਲ ਕਰਦੇ, ਕੋਈ ਸਾਮਰਾਜ ਦੀ ਗੱਲ ਕਰਦੇ, ਵਿਦੇਸ਼ੀ ਲੁੱਟ ਦੀ ਗੱਲ ਕਰਦੇ, ਤਾਂ ਯੂਨੀਅਨਾਂ ਦੇ ਵਿੱਚ ਮੈਂਬਰ ਹੀ ਇਹ ਬੋਲਣ ਲੱਗ ਜਾਂਦਾ ਤੁਸੀਂ ਯਾਰ ਅਮਰੀਕਾ ਪਹੁੰਚ ਜਾਂਦੇ ਹੋ, ਤੁਸੀਂ ਕੋਈ ਮੁਲਾਜ਼ਮਾਂ ਦੀ ਗੱਲ ਕਰੋ। ਹਾਂਜੀ ਵੀ ਉਹ ਇਸ ਗੱਲ ਨੂੰ ਸਮਝ ਨਹੀਂ ਪਾ ਰਹੇ ਸੀਗੇ ਵੀ ਇਹ ਜਿਹੜੀ ਗੱਲ ਹੈ ਕਿੱਥੋਂ ਸ਼ੁਰੂ ਹੁੰਦੀ ਹੈ। ਹਾਂਜੀ ਸੋ ਹੁਣ ਸਾਫ਼ ਪਤਾ ਲੱਗ ਗਿਆ ਲੋਕਾਂ ਨੂੰ ਵੀ ਜਿਹੜੀਆਂ ਇਹ ਪਾਲਿਸੀਆਂ ਬਣ ਰਹੀਆਂ ਇਹ ਕਿਹਦੇ ਕਹਿਣ ਤੇ ਬਣ ਰਹੀਆਂ, ਕੌਣ ਬਣਾ ਰਿਹਾ ਹੈ, ਕਿਉਂ ਬਣਾ ਰਿਹਾ ਹੈ। ਹਾਂਜੀ
ਸੋ ਜਿੰਨੀਆਂ ਵੀ ਪਾਲਿਸੀਆਂ ਖਾਸ ਤੌਰ ਤੇ ਮੋਦੀ ਆਪਣੀ ਸੈਕੰਡ ਟਰਮ ਦੇ ਵਿੱਚ ਲੈ ਕੇ ਆਇਆ, ਹਾਂਜੀ ਇਹ ਨੰਗਾ ਚਿੱਟਾ ਮਤਲਬ ਪਤਾ ਲੱਗ ਰਿਹਾ ਹੈ ਵੀ ਇਹ ਉਹਨਾਂ ਦੇ ਹਿੱਤ 'ਚ ਬਣ ਰਹੀਆਂ। ਹੁਣ ਜਿਵੇਂ ਇਹ ਸੀਗਾ ਵੀ ਕਾਲਾ ਧਨ ਕਢਾਉਣਾ ਹੈ, ਹਾਂਜੀ ਇਸ ਕਰਕੇ ਨੋਟਬੰਦੀ ਕਰਤੀ। ਹਾਂਜੀ ਨੋਟਬੰਦੀ ਕਰਨ ਨਾਲ ਦੀ ਇੱਕ ਸਮੱਸਿਆ ਉਹਨਾਂ ਵਾਸਤੇ ਸੀ, ਕਿਉਂਕਿ ਬੈਂਕਾਂ ਦੇ ਵਿੱਚ ਕੈਸ਼ ਦੀ ਸਮੱਸਿਆ ਆ ਗਈ ਸੀ। ਹਾਂਜੀ ਬਹੁਤ ਵੱਡੇ ਕਰਜ਼ੇ ਸਰਕਾਰ ਦੇ ਨਹੀਂ ਪਾ ਰਹੀ ਸੀ। ਉਹਦੇ 'ਚੋਂ ਫਿਰ ਉਹਨਾਂ ਨੇ ਬੈਂਕ ਅਮਰਜ ਕਰਨ ਦੀ ਗੱਲ ਲੈ ਕੇ ਆਂਦੀ, ਤੇ ਜਿਹੜਾ ਕੈਸ਼ ਲੋਕਾਂ ਕੋਲੇ ਪਿਆ ਹੈ ਹਾਂਜੀ ਵੀ ਉਹਨੂੰ ਕਿਵੇਂ ਬੈਂਕਾਂ ਦੇ ਵਿੱਚ ਲਿਆਂਦਾ ਜਾਵੇ। ਠੀਕ ਹੈ ਜੀ। ਜਿਹੜਾ ਇੱਥੋਂ ਤੱਕ ਔਰਤਾਂ ਨੇ ਆਪਦੀ ਗੋਝੀ ਵਾਸਤੇ ਕੋਈ 5-5 10-10 ਹਜ਼ਾਰ 4-4 ਹਜ਼ਾਰ ਘਰਾਂ 'ਚ ਲੁਕੋ ਕੇ ਰੱਖਿਆ ਸੀ, ਹਾਂਜੀ ਉਹਦੀ ਵੀ ਮਜਬੂਰੀ ਬਣ ਗਈ ਵੀ ਨਹੀਂ ਤਾਂ ਇਹ ਮਿੱਟੀ ਹੋ ਜਾਊਗਾ, ਇਹਨੂੰ ਬੈਂਕ 'ਚ ਜਮ੍ਹਾਂ ਕਰਾ ਦਿਓ। ਉਹ ਵੀ ਪਤਾ ਲੱਗ ਗਿਆ, ਹਾਂਜੀ ਉਹ ਵੀ ਬੈਂਕ ਦੇ ਵਿੱਚ ਆ ਗਿਆ, ਪਰ ਉਹ ਕਾਲਾ ਧਨ ਕੋਈ ਕਢਾ ਨਹੀਂ ਸਕੇ। ਹਾਲਾਂ ਤੱਕ ਕੋਈ ਅੰਕੜੇ ਵੀ ਅਥੈਂਟਿਕ ਨਹੀਂ ਆਏ, ਮਤਲਬ ਕਿੱਡਾ ਵੱਡਾ ਝੂਠ ਸੀ। ਪਰ ਜਿਹੜੇ ਸਿਆਣੇ ਬੰਦੇ ਐ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਜਿਹੜੀ ਪਾਲਿਸੀ ਹੈਗੀ ਆ ਕਿਉਂ ਲਿਆਂਦੀ ਗਈ, ਕਿਉਂ ਨੋਟਬੰਦੀ ਕੀਤੀ ਗਈ। ਹਾਂਜੀ ਔਰ ਇੰਨੇ ਕਰੋੜ ਨੌਕਰੀਆਂ ਦਾ ਝਾਂਸਾ ਦਿੱਤਾ ਗਿਆ, ਔਰ 15-15 ਲੱਖ ਦਾ ਝਾਂਸਾ ਦਿੱਤਾ ਗਿਆ। ਯਾਨੀ ਜਿੰਨੇ ਵੀ ਵਾਅਦੇ ਕੀਤੇ ਸੀ ਹਾਂਜੀ ਸਾਰਿਆਂ ਤੋਂ ਸਰਕਾਰ ਜਿਹੜੀ ਹੈਗੀ ਆ ਬੜੀ ਬੇਸ਼ਰਮੀ ਦੇ ਨਾਲ ਆਪਣੇ ਆਪ ਨੂੰ ਪਾਸੇ ਕਰ ਲਿਆ ਉਹਨਾਂ ਨੇ, ਸਰਕਾਰ ਨੇ। ਸੋ ਲੋਕਾਂ ਨੂੰ ਇਹ ਬਿਲਕੁਲ ਨੰਗੇ ਚਿੱਟੇ ਰੂਪ 'ਚ ਪਤਾ ਲੱਗਣ ਲੱਗ ਗਿਆ, ਜਿਹੜੇ ਸਿਆਣੇ ਬੰਦੇ ਆ, ਘੱਟੋ ਘੱਟ ਪੜ੍ਹੇ ਲਿਖੇ ਬੰਦੇ ਆ, ਵੀ ਇਹ ਸਾਰਾ ਕੁਝ ਝੂਠ ਚੱਲ ਰਿਹਾ ਹੈ। ਔਰ ਸਾਫ਼ ਪਤਾ ਲੱਗਣ ਲੱਗ ਗਿਆ ਵੀ ਇਹ ਗੱਲ ਕਿਹਦੇ ਹਿੱਤ 'ਚ ਜਾ ਰਹੀ ਹੈ। ਜਿਹੜੇ ਆ ਹੁਣ ਆ 3 ਆਰਡੀਨੈਂਸ ਲੈ ਕੇ ਆਏ ਆ, ਪਹਿਲੀ ਗੱਲ ਤਾਂ ਆਰਡੀਨੈਂਸਾਂ ਦੀ ਲੋੜ ਹੀ ਨਹੀਂ ਸੀ। ਹਾਂਜੀ ਬਹਿਸ ਕਰਾਉਂਦੇ ਪਾਰਲੀਮੈਂਟ ਦੇ ਵਿੱਚ, ਕਾਨੂੰਨ ਬਣਾ ਦਿੰਦੇ, ਐਡੀ ਕੀ ਆਫਤ ਆਈ ਵੀ ਸੀ। ਹਾਂਜੀ ਰੌਲਾ ਇਹ ਸੀਗਾ ਵੀ ਜਿਹੜੀਆਂ ਉਹਨਾਂ ਨਾਲ ਵਾਅਦੇ ਕੀਤੇ ਆ ਮਤਲਬ ਕਾਰਪੋਰੇਟ ਅਦਾਰਿਆਂ ਨਾਲ, ਉਹ ਲੇਟ ਹੋ ਰਹੇ ਸੀ। ਇਹ ਗੱਲ ਤਾਂ ਅਡਾਣੀ ਨੇ ਕਦੋਂ ਦੇ ਇੱਥੇ ਆਪਦੇ ਸਾਈਲੋ ਬਣਾਏ ਹੋਏ ਆ। ਹਾਂਜੀ ਇਹ ਤਾਂ ਪਹਿਲਾਂ ਤੋਂ ਹੀ ਹੋ ਰਿਹਾ ਹੈ। ਔਰ ਹਵਾਈ ਅੱਡੇ ਵੀ ਉਹਨਾਂ ਨੂੰ ਦਿੱਤੇ ਜਾ ਰਹੇ ਹੈ, ਰੇਲਵੇ ਉਹਨਾਂ ਨੂੰ ਦਿੱਤੀ ਜਾ ਰਹੀ ਹੈ, ਵੱਡੇ ਵੱਡੇ ਠੇਕੇ ਉਹਨਾਂ ਨੂੰ ਦਿੱਤੇ ਜਾ ਰਹੇ ਹੈ। ਔਰ ਰਾਫੇਲ ਜਹਾਜ਼ਾਂ ਦਾ ਜਿਹੜਾ ਸੌਦਾ ਹੋਇਆ ਹੈ, ਜਿਹੜਾ 650 ਕਰੋੜ ਦਾ ਜਹਾਜ਼ ਸੀ, ਉਹ 1650 ਕਰੋੜ ਦਾ ਹੋ ਗਿਆ। ਔਰ ਅੰਬਾਨੀ ਨੇ ਜਿਹੜੇ ਨੇ ਅੱਜ ਤਾਈਂ ਸਾਈਕਲ ਵੀ ਨਹੀਂ ਬਣਾਇਆ, ਹਾਂਜੀ, ਉਹ ਬੰਦਾ ਐਡੇ ਸੋਫਿਸਟੀਕੇਟਡ ਜਹਾਜ਼ ਉਹ ਕਿਵੇਂ ਬਣਾਊਗਾ। ਯਾਨੀ ਇਹਨਾਂ ਗੱਲਾਂ ਤੋਂ ਲੋਕਾਂ ਨੂੰ ਇਹ ਲੱਗ ਗਿਆ ਵੀ ਇਹ ਤਾਂ ਜਨ ਦੇ ਥੱਲੇ ਲੱਗ ਕੇ ਚੱਲ ਰਹੇ ਹੈ। ਇਹ ਤਾਂ ਸਾਥੋਂ ਵੋਟਾਂ ਲੈ ਕੇ ਸਰਕਾਰ ਜਿਹੜੀ ਹੈਗੀ ਆ ਇਹ ਭੁਗਤ ਰਹੀ ਹੈ ਵੱਡੇ ਲੋਕਾਂ ਦੇ ਹਿੱਤ 'ਚ। ਯਾਨੀ ਐਡੇ ਨੰਗੇ ਚਿੱਟੇ ਰੂਪ 'ਚ ਸਰਕਾਰ ਉੱਭਰ ਕੇ ਸਾਹਮਣੇ ਆ ਗਈ ਆਮ ਲੋਕਾਂ ਦੇ ਉਲਟ। ਇਸ ਗੱਲ ਦਾ ਵੀ ਰੋਲ ਰਿਹਾ ਹੈ ਵੀ ਆਮ ਲੇਮੈਨ ਵੀ ਸਮਝਣ ਲੱਗ ਗਿਆ। ਅੱਗੇ ਤੈਨੂੰ ਸਮਝਾਉਣਾ ਪੈਂਦਾ ਸੀ ਗੱਲਾਂ ਨੂੰ, ਪਰ ਦੂਜੇ ਪਾਸੇ ਨਾਲ ਇਹਦਾ ਜਿਹੜਾ ਸਬਜੈਕਟਿਵ ਫੈਕਟਰ ਹੈ ਉਹ ਹੈਗਾ ਵੀ ਜਿਹੜੀਆਂ ਕਿਸਾਨ ਯੂਨੀਅਨਾਂ ਹੈਗੀਆਂ ਇਹ ਸਾਰੀਆਂ, ਹਾਂਜੀ, ਇਹਨਾਂ ਦੇ ਜਿਹੜੇ ਲੀਡਰ ਹੈ ਉਹ ਪੜ੍ਹੇ ਲਿਖੇ ਬੰਦੇ ਹੈ। ਠੀਕ ਹੈ ਜੀ। ਔਰ ਉਹ ਲਗਾਤਾਰ ਜਿਹੜੀ ਇੱਥੋਂ ਦੀ ਪੋਲੀਟੀਕਲ ਇਕਨੋਮੀ ਹੈ ਉਹਦੇ ਨਾਲ ਲਗਾਤਾਰ ਪਿੱਛੇ ਤੋਂ ਜੁੜੇ ਹੋਏ ਹੈ, ਔਰ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਮੁਤਾਲਿਆ ਕੀਤਾ ਹੋਇਆ ਹੈ ਇਸ ਸਿਸਟਮ ਦਾ। ਠੀਕ ਹੈ ਜੀ। ਔਰ ਉਹਨਾਂ ਦੀ ਜਿਹੜੀ ਕਪੈਸਿਟੀ ਆ ਉਹ ਇਸ ਲੈਵਲ ਦੀ ਹੁਣ ਹੋ ਗਈ ਆ ਵੀ ਉਹ ਲੋਕਾਂ ਨੂੰ ਜਚਾਉਣ 'ਚ ਕਾਮਯਾਬ ਹੋ ਗਏ। ਸੋ ਹਵਾ ਦੇ ਵਿੱਚੋਂ, ਖਲਾ ਦੇ ਵਿੱਚੋਂ ਕੋਈ ਹਾਲਾਤ ਕਦੇ ਪੈਦਾ ਨਹੀਂ ਹੁੰਦੀ, ਉਹਦੇ ਪਿੱਛੇ ਸਬਜੈਕਟਿਵ ਫੋਰਸਿਸ ਵੀ ਹੁੰਦੀਆਂ, ਠੀਕ ਹੈ ਜੀ, ਤੇ ਆਬਜੈਕਟਿਵ ਫੋਰਸਿਸ ਵੀ ਹੁੰਦੀਆਂ। ਠੀਕ ਹੈ ਜੀ। ਇਹ ਵਿਰੋਧ ਲਗਾਤਾਰ ਚੱਲਦਾ ਰਹਿੰਦਾ ਹੈ, ਕਦੇ ਇਹ ਲਹਿਰਾਂ ਦੇ ਰੂਪ 'ਚ ਫੁੱਟ ਪੈਂਦਾ ਹੈ, ਹਾਂਜੀ, ਕਦੇ ਜੇ ਰਿਪਰੈਸ਼ਨ ਹੋ ਜਾਏ ਜਾਂ ਕੋਈ ਬਾਹਰਲੀਆਂ ਹਾਲਤਾਂ ਨੂੰ ਦੇ ਉਲਟ ਚਲੇ ਜਾਣ ਤਾਂ ਉਹ ਥੱਲੇ ਵੀ ਚਲਾ ਜਾਂਦਾ ਹੈ। ਪਰ ਹੁਣ ਜਿਹੜੀ ਗੱਲ ਮਤਲਬ ਖਾਸ ਹੋਈ ਹੈ ਉਹ ਇਹ ਹੈ ਵੀ ਜਿਹੜਾ ਐਕਸਪੋਜ਼ਰ ਹੋਇਆ, ਮੈਂ ਕਹਿੰਦਾ ਵੀ ਇਹ ਮੰਗਾਂ ਬੇਸ਼ੱਕ ਨਾ ਵੀ ਮੰਨੀਆਂ ਜਾਣ, ਹਾਂਜੀ, ਪਰ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਪੋਲੀਟੀਕਲ ਪਾਰਟੀਆਂ ਦਾ ਮਾੜਾ ਮੋਟਾ ਜਿਹੜਾ ਆਧਾਰ ਸੀਗਾ ਜਿਹੜਾ ਉਹ ਖੁਰਿਆ ਹੈ, ਹਾਂਜੀ, ਇਹ ਬਹੁਤ ਸ਼ੁਭ ਸ਼ਗਨ ਹੈ। ਇਹਦੇ ਵਿੱਚੋਂ ਕੋਈ ਨਾ ਕੋਈ ਸਿਚੁਏਸ਼ਨ ਲਾਜ਼ਮੀ ਨਿਕਲ ਕੇ ਆਊਗੀ, ਹਾਂਜੀ, ਜਿਹੜੀ ਆਮ ਲੋਕਾਂ ਦੇ ਹਿੱਤ 'ਚ ਹੋਊਗੀ। ਸੋ ਮੋਟਾ ਜਿਹਾ ਆਪਾਂ ਸੰਖੇਪ 'ਚ ਕਹੀਏ ਤਾਂ ਇਹ ਜਿਹੜਾ ਉਭਾਰ ਹੈ ਇਹਨੂੰ ਸ਼ੁਭ ਸ਼ਗਨ ਕਿਹਾ ਜਾ ਸਕਦਾ ਹੈ, ਤੇ ਆਮ ਲੋਕਾਂ ਵਾਸਤੇ ਜਿਹੜੇ ਮਿਹਨਤ ਕਰਕੇ ਖਾਂਦੇ ਆ, ਕੰਮ ਕਰਕੇ ਖਾਂਦੇ ਆ, ਉਹਨਾਂ ਦੇ ਹਿੱਤ 'ਚ ਜਾ ਰਹੇ। ਠੀਕ। ਮੇਰਾ ਆਖਰੀ ਸਵਾਲ ਹੈ ਉਹ ਹੈ ਅਮਰੀਕਾ ਦੇ ਨੂੰ ਲੈ ਕੇ। ਅਮਰੀਕਾ ਦੇ ਵਿੱਚ ਹੁਣੇ ਰਾਸ਼ਟਰਪਤੀ ਦੀ ਚੋਣ ਹੋਈ ਹੈ, ਜਿਸ ਦੇ ਵਿੱਚ ਡੋਨਾਲਡ ਟਰੰਪ ਦੀ ਹਾਰ ਹੋਈ ਹੈ ਤੇ ਜੋ ਬਾਈਡਨ ਦੀ ਜਿੱਤ ਹੋਈ ਹੈ। ਇਹ ਜਿਹੜਾ ਕਿਹਾ ਜਾ ਰਿਹਾ ਸੀ ਕਿ ਜਿਹੜਾ ਡੋਨਾਲਡ ਟਰੰਪ ਸੀ ਉਹ ਮੋਦੀ ਦਾ ਦੋਸਤ ਸੀ, ਜਿਹਦੇ ਨਾਲ ਭਾਰਤ ਨੂੰ ਬਹੁਤ ਫਾਇਦਾ ਹੋ ਰਿਹਾ ਸੀ, ਤੇ ਜਿਹੜਾ ਜੋ ਬਾਈਡਨ ਹੈ ਇਹਦੀ ਮੋਦੀ ਨਾਲ ਨਹੀਂ ਬਣਦੀ। ਕੀ ਇਹ ਲੱਗਦਾ ਕਿ ਜਿਹੜਾ ਅੱਗੇ ਦੇ ਜਿਹੜਾ ਸਮੇਂ ਦੇ ਵਿੱਚ ਭਾਰਤ ਤੇ ਅਮਰੀਕਾ ਦੇ ਜਿਹੜੇ ਸੰਬੰਧ ਆ ਇਹਨਾਂ 'ਤੇ ਕੋਈ ਅਸਰ ਪਵੇਗਾ ਇਹ ਗੱਲ ਦਾ? ਮੈਂ ਇਹ ਮਹਿਸੂਸ ਕਰਦਾ ਹਾਂ ਵੀ ਅਸਲ 'ਚ ਅਮਰੀਕਾ ਨਾ ਤਾਂ ਟਰੰਪ ਦੇ ਕਹੇ ਚੱਲਦਾ, ਨਾ ਇਹ ਬਾਈਡਨ ਦੇ ਆਖੇ ਚੱਲੂਗਾ। ਠੀਕ ਹੈ ਜੀ। ਉੱਥੇ ਇੱਕ ਬਕਾਇਦਾ ਤੌਰ 'ਤੇ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਅਮਰੀਕਾ ਨੂੰ ਚਲਾਉਂਦੀ ਹੈ, ਹਾਂਜੀ, ਉਹ ਉਦੋਂ ਬਾਹਰ ਕੋਈ ਵੀ ਨਹੀਂ ਜਾ ਸਕਦਾ। ਓਬਾਮਾ ਵੀ ਨਹੀਂ ਜਾ ਸਕਿਆ, ਨਾ ਟਰੰਪ ਜਾ ਸਕੇ। ਠੀਕ ਹੈ ਜੀ। ਬਸ ਸਿਰਫ ਜਿਹੜੀ ਲਫਾਜ਼ੀ ਹੈ, ਹਾਂਜੀ, ਉਹ ਬਦਲ ਜਾਂਦੀ ਹੈ। ਹੋ ਸਕਦਾ ਹੈ ਬਾਈਡਨ ਦੇ ਆਉਣ ਨਾਲ ਜਿਹੜੀ ਅਮਰੀਕਨ ਲੌਬੀ ਹੈ ਉਹਦੀ ਲਫਾਜ਼ੀ 'ਚ ਕੋਈ ਫਰਕ ਸ਼ਰਕ ਆ ਜੇ, ਪਰ ਕੋਈ ਸਿਆਸੀ ਤੌਰ 'ਤੇ ਕੋਈ ਬਹੁਤਾ ਫਰਕ ਆਉਣ ਦੀ ਸੰਭਾਵਨਾ ਨਹੀਂ। ਠੀਕ ਹੈ। ਜਿੱਥੋਂ ਤੱਕ ਆਪਾਂ ਇਹਨੂੰ ਮੋਦੀ ਨਾਲ ਜੋੜਦੇ ਹਾਂ,
ਕਿਉਂਕਿ ਕੋਈ ਵੀ ਜਿਹੜੀ ਫਾਸ਼ਿਸਟ ਫੋਰਸ ਹੈ ਹਾਂਜੀ ਉਹਦੀਆਂ ਆਪ ਦੀਆਂ ਕਈ ਮਜਬੂਰੀਆਂ ਹੁੰਦੀਆਂ। ਮਜਬੂਰੀਆਂ ਹੁੰਦੀਆਂ। ਜਿਵੇਂ ਹੁਣ ਮਤਲਬ ਬਾਈਪੋਲਰ ਸਿਸਟਮ ਦਾ ਰਿਹਾ ਨਹੀਂ ਬਹੁਤਾ। ਹਾਂਜੀ ਹਾਂ, ਚਾਈਨਾ ਠੀਕ ਹੈ ਵੀ ਦੁਨੀਆ ਦੇ ਉੱਤੇ ਬਹੁਤ ਵੱਡੀ ਆਰਥਿਕ ਸ਼ਕਤੀ ਬਣ ਕੇ ਉੱਭਰਿਆ ਹੈ, ਔਰ ਅਮਰੀਕਾ ਜਿਹੜਾ ਹੈਗਾ ਉਹ ਚਾਈਨਾ ਦੀ ਜਿਹੜੀ ਆਰਥਿਕ ਦਬਾਅ ਹੈ ਉਹ ਤੋਂ ਘਬਰਾਇਆ ਹੋਇਆ ਹੈ। ਠੀਕ ਹੈ ਜੀ। ਔਰ ਮਾਰਕੀਟ ਦੇ ਵਿੱਚ ਚਾਈਨਾ ਜਿਹੜਾ ਹੈਗਾ ਉਹ ਅਮਰੀਕਾ ਦੇ ਉੱਤੋਂ ਦੀ ਪੈ ਰਿਹਾ ਹੈ। ਠੀਕ ਹੈ ਜੀ। ਇਸ ਕਰਕੇ ਜਿੱਥੋਂ ਤੱਕ ਮੋਦੀ ਦਾ ਸਵਾਲ ਹੈ, ਹਾਂਜੀ ਕਿਉਂਕਿ ਚਾਈਨਾ ਇੱਕ ਕਮਿਊਨਿਸਟ ਦੇਸ਼ ਹੈ, ਹਾਂਜੀ ਔਰ ਉਹਦੇ ਵੱਲ ਜਾਣ ਦੀ ਤਾਂ ਇਹਦੀ ਸੰਭਾਵਨਾ ਬਹੁਤ ਘੱਟ ਹੈ। ਠੀਕ ਹੈ। ਸੋ ਇਹ ਨੰਗੇ ਚਿੱਟੇ ਰੂਪ ਦੇ ਵਿੱਚ ਹਾਂਜੀ ਮਤਲਬ ਉਹਦੀਆਂ ਜਿਹੜੀਆਂ ਸਾਰੀਆਂ ਹਰਕਤਾਂ ਹੈ ਬਾਹਰ ਜਾ ਕੇ ਜਿਸ ਤਰ੍ਹਾਂ ਦਾ ਉਹ ਮੇਲ ਵਿਹਾਰ ਹੈ, ਜਿਹੜਾ ਪ੍ਰੋਟੋਕੋਲ ਹੈ, ਹਾਂਜੀ ਉਦੋਂ ਵੀ ਉਲੰਘ ਕੇ ਹਾਂਜੀ। ਕਈ ਗੱਲਾਂ ਇਹ ਕਰਦਾ ਹੈ। ਤੇ ਇਹ ਐਂ ਲੱਗਦਾ ਵੀ ਮੋਦੀ ਦਾ ਨਾੜੀ ਪੁਣਾ ਹੈ, ਉਹ ਸ਼ਾਇਦ ਅਮਰੀਕਾ ਨੂੰ ਜਾਣਦਾ ਨਹੀਂ। ਠੀਕ ਹੈ ਜੀ। ਹੋ ਸਕਦਾ ਇਹ ਹੋਵੇ, ਪਰ ਇਸ ਸਬੰਧ ਦੇ ਵਿੱਚ ਆਪਾਂ ਜਦੋਂ ਸੋਚਦੇ ਹਾਂ ਤਾਂ ਇਹਨਾਂ ਦੀ ਮਜਬੂਰੀ ਵੀ ਹੈ, ਹਾਂਜੀ ਕਿਉਂਕਿ ਇੱਥੋਂ ਦੀ ਆਰਥਿਕਤਾ ਜਿਸ ਪੋਜੀਸ਼ਨ ਤੇ ਪਹੁੰਚ ਗਈ, ਹਾਂਜੀ। ਇਹਨਾਂ ਨੂੰ ਕਿਸੇ ਨਾ ਕਿਸੇ ਲੋਬੀ ਦਾ ਕਿਸੇ ਨਾ ਕਿਸੇ ਸਹਾਰੇ ਦੀ ਲੋੜ ਹੈ। ਹਾਂਜੀ ਸੋ ਇਹਨਾਂ ਨੂੰ ਇੱਧਰੋਂ ਉਮੀਦ ਘੱਟ ਸੀ, ਹਾਂਜੀ ਉਧਰ ਉਮੀਦ ਸੀਗੀ, ਇਸ ਕਰਕੇ ਇਹ ਉਧਰ ਨੂੰ ਝੁਕਿਆ ਹੈ, ਆਪਦੀਆਂ ਮਜਬੂਰੀਆਂ ਝੁਕੇ ਹੈ। ਠੀਕ ਹੈ ਔਰ ਇਹਨਾਂ ਨੂੰ ਆਇਆ ਵੀ ਸਾਡੀ ਆਰਥਿਕਤਾ ਜਿਹੜੀ ਹੈਗੀ ਆ ਉਹ ਕਿਸੇ ਨਾ ਕਿਸੇ ਲੋਬੀ ਨਾਲ ਠੀਕ ਹੈ ਜੀ। ਜੁੜ ਕੇ ਚੱਲ ਸਕਦੀ ਹੈ। ਨਹਿਰੂ ਵੇਲੇ ਜਿਹੜੀ ਪਾਲਿਸੀ ਚੱਲਦੀ ਸੀਗੀ ਨਾਨ ਅਲਾਈਨਡ ਮੂਵਮੈਂਟ ਦੀ, ਠੀਕ ਹੈ ਜੀ। ਉਹ ਹੁਣ ਕਮਜ਼ੋਰ ਪਈ ਹੋਈ ਹੈ। ਇਸ ਕਰਕੇ ਕਿਸੇ ਨਾ ਕਿਸੇ ਪਾਸੇ ਅਲਾਇੰਸ ਕਰਨਾ ਇਹਨਾਂ ਵਾਸਤੇ ਇਹਨਾਂ ਦੀ ਮਜਬੂਰੀ ਸੀ। ਬਾਕੀ ਕੋਈ ਅਮਰੀਕਾ ਦੇ ਸਿਸਟਮ ਦੇ ਵਿੱਚ ਕੋਈ ਬਹੁਤੀ ਤਬਦੀਲੀ ਆ ਜਾਊਗੀ, ਹਾਂਜੀ ਇਹਦੀ ਸੰਭਾਵਨਾ ਤਾਂ ਬਹੁਤ ਘੱਟ ਹੈ, ਠੀਕ ਹੈ ਕਿਉਂਕਿ ਉਹਨਾਂ ਦੀਆਂ ਆਪ ਦੀਆਂ ਪਾਲਿਸੀਆਂ। ਠੀਕ ਹੈ। ਜਿੱਥੋਂ ਤੱਕ ਤੇਲ ਵਾਲੇ ਦੇਸ਼ਾਂ ਦਾ ਸਵਾਲ ਹੈ, ਔਰ ਜਿੰਨਾ ਮੱਧ ਪੂਰਬ ਦੇ ਵਿੱਚ ਮਤਲਬ ਜੰਗ ਲਗਾਤਾਰ ਚੱਲ ਰਹੀ ਹੈ, ਹਾਂਜੀ ਉਦੋਂ ਪਹਿਲਾਂ 18 ਸਾਲ ਵੀਅਤਨਾਮ ਤੇ ਬੰਬ ਸਿੱਟੀ ਗਿਆ ਅਮਰੀਕਾ, ਔਰ ਦੁਨੀਆ ਪੱਧਰ ਦੇ ਉੱਤੇ ਜਦੋਂ ਦੀਆਂ ਆਪਾਂ ਸਾਰੀਆਂ ਪਾਲਿਸੀਜ਼ ਦੇਖੀਏ ਹਾਂਜੀ। ਤਾਂ ਉਹਨਾਂ ਦੀਆਂ ਆਪ ਦੀਆਂ ਲੋੜਾਂ 'ਚ ਉਹਨਾਂ ਦੀਆਂ ਆਪ ਦੀਆਂ ਗਿਣਤੀਆਂ ਉਹਦੇ 'ਚੋਂ ਬਣਦੀਆਂ। ਉੱਥੇ ਕੋਈ ਰਾਸ਼ਟਰਪਤੀ ਬਦਲਣ ਨਾਲ ਕੋਈ ਬਾਹਲਾ ਫਰਕ ਪੈਣ ਵਾਲਾ ਹੈ ਨਹੀਂਗਾ। ਠੀਕ ਹੈ ਜੀ। ਤੇ ਦੂਜੇ ਪਾਸੇ ਜਿਹੜੀਆਂ ਇੱਥੋਂ ਦੀਆਂ ਆਰਥਿਕ ਪਾਲਿਸੀਆਂ ਹੈ, ਉਹ ਵੀ ਉਹਨਾਂ ਨਾਲ ਜੁੜ ਕੇ ਬਣਨਗੀਆਂ। ਠੀਕ ਹੈ ਜੀ। ਕੋਈ ਵੱਡੀ ਤਬਦੀਲੀ ਕੋਈ ਹੋਰ ਪਾਰਟੀ ਆ ਕੇ ਕਰ ਦੇ, ਇਹਦੀ ਵੀ ਸੰਭਾਵਨਾ ਘੱਟ ਹੈ। ਠੀਕ ਤੇ ਹਿੰਦੁਸਤਾਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਮਿਹਨਤਕਸ਼ ਲੋਕਾਂ ਦੀਆਂ ਜਿਹੜੀਆਂ ਪਾਰਟੀਆਂ ਹੈ, ਹਾਂਜੀ ਉਹਨਾਂ ਵਾਸਤੇ ਹੁਣ ਐ ਬਣਦਾ ਵੀ ਜਿਹੜੀ ਇਹ ਸਿਚੁਏਸ਼ਨ ਬਣ ਗਈ, ਇਹਦੇ ਵਿੱਚ ਉਹ ਘੱਟੋ ਘੱਟ ਸਹਿਮਤੀ ਦੇ ਆਧਾਰ ਤੇ ਘੱਟੋ ਘੱਟ ਕੋਈ ਸਾਂਝੇ ਮੋਰਚੇ ਜਾਂ ਕੋਈ ਸਾਂਝੀਆਂ ਸਰਗਰਮੀਆਂ ਹਾਂਜੀ ਜੇ ਕਰ ਸਕਣ, ਤੇ ਪੱਕੇ ਤੌਰ ਤੇ ਉਹਦੇ ਉੱਤੇ ਵੀ ਮਤਲਬ ਜੇ ਖੱਬੇ ਪੱਖੀ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਲਾਈਕ ਮਾਈਂਡਡ ਪਾਰਟੀਆਂ ਦੇ ਨਾਲ ਰਲ ਕੇ ਹਾਂਜੀ ਅੱਡ ਅੱਡ ਥੜੇ ਛੱਡ ਕੇ ਹਾਂਜੀ ਤੇ ਜੇ ਉਹ ਇਕੱਠੀਆਂ ਹੋ ਜਾਣ, ਨਹੀਂ ਹੁੰਦੀਆਂ ਦਾ ਤਾਲਮੇਲ ਨਹੀਂ ਹੁੰਦਾ ਤਾਂ ਘੱਟੋ ਘੱਟ ਸਾਂਝੀਆਂ ਕਾਰਵਾਈਆਂ ਹਾਂਜੀ ਜ਼ਰੂਰ ਮਤਲਬ ਇਹਦੇ ਬਾਰੇ ਸੋਚ ਕੇ ਕੋਈ ਨਾ ਕੋਈ ਪਲਾਨ ਬਣਾਉਣ, ਜਿਹਦੇ ਉੱਤੇ ਜਿਹੜੀ ਇਹ ਮੂਵਮੈਂਟ ਆ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਪੱਧਰ ਦੇ ਉੱਤੇ ਹਾਂਜੀ ਫਾਇਦਾ ਲਿਆ ਜਾ ਸਕੇ। ਕਿਉਂਕਿ ਟ੍ਰੇਡ ਯੂਨੀਅਨ ਦਾ ਇੱਕ ਸੀਮਿਤ ਖੇਤਰ ਹੈ। ਠੀਕ ਹੈ ਜੀ। ਜੇ ਤਬਦੀਲੀ ਲਿਆਉਣੀ ਹੈ ਤਾਂ ਉਹ ਪੋਲੀਟੀਕਲ ਪਾਰਟੀਆਂ ਨੇ ਲਿਆਉਣੀ ਹੈ, ਤੇ ਪੋਲੀਟੀਕਲ ਬਕਾਇਦਾ ਤੌਰ ਤੇ ਉੱਤੇ ਵਿਚਾਰਧਾਰਕ ਪੱਧਰ ਦੇ ਉੱਤੇ ਕੋਈ ਪੋਲੀਟੀਕਲ ਮੂਵਮੈਂਟ ਉੱਠੇ ਠੀਕ ਹੈ ਔਰ ਇਹ ਸਿਸਟਮ ਦੇ ਵਿੱਚ ਆਪਦਾ ਮਤਲਬ ਦਖਲ ਬਣਾਵੇ, ਹਾਂਜੀ ਤੇ ਇਹ ਸਿਸਟਮ ਨੂੰ ਚੇਂਜ ਕੀਤਾ ਜਾਵੇ ਜਿਹੜਾ ਇਹ ਪੋਲੀਟੀਕਲ ਸਿਸਟਮ ਚੱਲ ਰਿਹਾ ਹੈ, ਠੀਕ ਹੈ ਫੇਰ ਹੀ ਆਮ ਲੋਕਾਂ ਦੇ ਹਿੱਤ ਦੀ ਕੋਈ ਗੱਲ ਹੋ ਸਕਦੀ ਹੈ, ਜਾਂ ਕਿਸੇ ਵੀ ਇਹੋ ਜਿਹੀਆਂ ਜਿਹੜੀਆਂ ਵਕਤੀ ਤੇ ਜੁਜ਼ਵੀ ਜਿਹੜੀਆਂ ਮਤਲਬ ਲਹਿਰਾਂ ਹੈਗੀਆਂ ਹਾਂਜੀ ਉਹਨਾਂ ਦਾ ਕੋਈ ਪੱਕੇ ਸਥਾਈ ਰੂਪ ਦੇ ਵਿੱਚ ਫਾਇਦਾ ਲਿਆ ਜਾ ਸਕਦਾ ਹੈ। ਤੇ ਨਹੀਂ ਤਾਂ ਟ੍ਰੇਡ ਯੂਨੀਅਨ ਦਾ ਆਪ ਦਾ ਖੇਤਰ ਹੈ, ਇੱਕ ਲਿਮਟਿਡ ਖੇਤਰ ਤੱਕ ਉਹ ਲੜਦੀਆਂ, ਹਾਂਜੀ ਤੇ ਉਹ ਕੁਝ ਮੰਗਾਂ ਮੰਨੀਆਂ ਵੀ ਜਾ ਸਕਦੀਆਂ, ਕੁਝ ਮੰਗਾਂ ਰਹਿ ਵੀ ਜਾਂਦੀਆਂ ਹੁੰਦੀਆਂ। ਠੀਕ ਹੈ ਜੀ। ਇਹ ਤਾਂ ਲਗਾਤਾਰ ਚੱਲਦਾ ਰਹਿਣਾ ਹੈ। ਠੀਕ ਹੈ ਜੀ। ਸੋ ਇਸ ਹਾਲਾਤ ਨੂੰ ਸਹੀ ਪਾਸੇ ਮੋੜਾ ਦੇਣ ਦੀ ਖਾਤਰ ਮੈਂ ਮਹਿਸੂਸ ਕਰਦਾ ਵੀ ਜਿਹੜੀਆਂ ਘੱਟੋ ਘੱਟ ਮਜ਼ਦੂਰ ਦੇ ਤੇ ਕਿਸਾਨ ਦੇ ਹਿੱਤਾਂ ਵਾਲੀਆਂ ਪਾਰਟੀਆਂ, ਜਿਹੜੀਆਂ ਦੀ ਜਿਹੜੀ ਪਾਲਿਸੀਜ਼ ਹੈਗੀਆਂ, ਜਿਹਨਾਂ ਦੀ ਪੋਲੀਟੀਕਲ ਜਿਹੜੀ ਲਾਈਨ ਹੈ ਹਾਂਜੀ ਉਹ ਮਜ਼ਦੂਰਾਂ ਤੇ ਕਿਸਾਨਾਂ ਤੇ ਮਿਹਨਤਕਸ਼ ਤਬਕਿਆਂ ਦੇ ਹਿੱਤ ਦੀ ਹੈ, ਉਹਨਾਂ ਨੂੰ ਹੁਣ ਘੱਟੋ ਘੱਟ ਉਹਨਾਂ ਵਾਸਤੇ ਇੱਕ ਬਹੁਤ ਸੁਨਹਿਰੀ ਸਮਾਂ ਆ ਗਿਆ ਵੀ ਉਹ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਇਕੱਠੀਆਂ ਹੋਣ ਵਾਲੇ ਪਾਸੇ ਨੂੰ ਤੁਰਨ। ਤੇ ਜੇ ਇਹ ਮੌਕਾ ਖੁੰਝ ਗਿਆ ਤੇ ਹੋ ਸਕਦਾ ਇਤਿਹਾਸ ਦੇ ਵਿੱਚ ਮੁੜ ਕੇ ਛੇਤੀ ਇਹੋ ਜਿਹਾ ਮੌਕਾ ਮੁੜ ਕੇ ਨਾ ਆਵੇ। ਠੀਕ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਸਮਾਂ ਕੱਢਿਆ, ਅੱਜ ਸਾਨੂੰ ਸਮਾਂ ਦਿੱਤਾ, ਜਾਣਕਾਰੀ ਦਿੱਤੀ ਸਾਡੇ ਦਰਸ਼ਕਾਂ ਨੂੰ ਬਹੁਤ ਮਹੱਤਵਪੂਰਨ। ਤੁਹਾਡਾ ਵੀ ਬਹੁਤ ਬਹੁਤ ਮਿਹਰਬਾਨੀ ਜੀ, ਤੁਹਾਡੀ ਸਾਰੀ ਟੀਮ ਦਾ ਮੈਂ ਇੱਥੇ ਆਉਣ ਤੇ ਤਹਿ ਦਿਲੋਂ ਸ਼ੁਕਰੀਆ ਕਰਦਾ। ਮਿਹਰਬਾਨੀ, ਧੰਨਵਾਦ।